ਵਿੱਚ ਸੁਰਤੀ ਲਾਇਆ, ਪਾਣੀ ਵਿੱਚ ਆਨੰਦ ਮਾਣ ਦੀ ਮੱਛੀ ਵਾਲੀ ਉਸਦੀ ਦਸ਼ਾ ਹੋ ਜਾਂਦੀ, ਅਤੇ ਦੁੱਧ ਵਿੱਚ ਘਿਓ ਸਮਾਏ ਹੋਣ ਦੀ ਜੁਗਤ ਵਾਂਗ ਉਸ ਨੂੰ ਪੂਰਨ ਬ੍ਰਹਮ ਸਭਨਾਂ ਵਿੱਚ ਸਮਾਇਆ ਦਿਸਦਾ। ਦੇਖੋ ਨਾ, ਆਪਾਂ ਨੂੰ ਵਾਹਿਗੁਰੂ ਦਿਸਦਾ ਨਹੀਂ। ਜਦੋਂ ਵਾਹਿਗੁਰੂ ਸਿਮਰਨ ਵਿੱਚ ਸੁਰਤ ਲੱਗ ਜਾਂਦੀ ਹੈ, ਹੁਣ ਦੁੱਧ ਵਿੱਚ ਘਿਓ ਦਿਸਦਾ ਨਹੀਂ, ਬੰਦੇ ਵਿੱਚ ਵਾਹਿਗੁਰੂ ਦਿਸਦਾ ਨਹੀਂ। ਜਦੋਂ ਸੁਰਤ ਲੱਗ ਜਾਂਦੀ ਹੈ, ਕਹਿੰਦੇ ਉਦੋਂ ਦਿਸਣ ਲੱਗ ਪੈਂਦਾ। ਕਹਿਣ ਤੋਂ ਭਾਵ ਇਹ ਹੈ, ਸ਼ਬਦ ਸੁਰਤ ਲਿਵ ਲੀਨ ਜਲ ਮੀਨ ਪਏ, ਜਲ ਦੀ ਮੱਛੀ ਵਾਂਗੂ ਪੂਰਨ ਸਰਬ ਮਹਿਮੈ ਕਿਰਤ ਜੁਗਤ ਹੈ। ਜਿਵੇਂ ਘਿਓ ਦੀ ਗੱਲ ਸਮਝ ਆ ਗਈ, ਏਦਾਂ ਸਾਰਿਆਂ ਵਿੱਚ ਵਾਹਿਗੁਰੂ ਨਜ਼ਰ ਆਉਂਦਾ। ਸਾਚ ਹਿਰਦੇ ਸਾਚ ਦੇਖੇ, ਸੁਣੇ ਬੋਲੇ ਗੰਧ ਰਸ, ਪੂਰਨ ਪਰਸਪਰ ਭਾਵਨੀ ਭਗਤ ਹੈ। ਸ਼ਬਦ ਵਾਹਿਗੁਰੂ ਸਿਮਰਨ ਵਿੱਚ ਲਿਵਲੀਨ ਹੋਏ ਗੁਰਮੁਖ ਦੇ ਹਿਰਦੇ ਵਿੱਚ ਸੱਚ ਸਦਾ ਸਿਰ ਪ੍ਰਭੂ ਹੁੰਦਾ। ਅੱਖਾਂ ਨਾਲ ਸਭ ਥਾਈਂ ਤੇ ਸਭ ਪਾਸੇ ਉਹ ਸੱਚ ਪ੍ਰਭੂ ਨੂੰ ਹੀ ਵੇਖਦਾ। ਕੰਨੀ ਉਸੇ ਪ੍ਰਭੂ ਨੂੰ ਸੁਣਦਾ, ਮੂੰਹੋਂ ਉਸੇ ਦਾ ਦਰਸ਼ਨ, ਮੂੰਹੋਂ ਉਸੇ ਦਾ ਉਚਾਰਨ ਕਰਦਾ ਹਰ ਵੇਲੇ ਵਾਹਿਗੁਰੂ ਵਾਹਿਗੁਰੂ। ਨੱਕ ਦੁਆਰਾ ਉਸਦੀ ਸੁਗੰਧੀ ਮੰਨਦਾ ਤੇ ਜੀਭ ਦੁਆਰਾ ਉਸ ਸੱਚ ਪ੍ਰਭੂ ਦਾ ਹੀ ਨਾਮ ਦਾ ਸਵਾਦ ਭੁੰਜਦਾ। ਸਾਚ ਹਿਰਦੇ ਸਾਚ ਦੇਖੇ, ਸੁਣੇ ਬੋਲੇ ਗੰਧ ਰਸ, ਪੂਰਨ ਪਰਸਪਰ ਭਾਵਨੀ ਭਗਤ ਹੈ। ਪੂਰਨ ਬ੍ਰਹਮ ਦ੍ਰਮ ਦੁਰਮ शाखा पत्र फूल फल, एक ही अनेक मेक सतगुरु सत है। सतगुरु सत है। गुरु नानक वाहिगुरु है, गुरु नानक वाहिगुरु सत सदीवी हमेशा फॉरएवर। सतगुरु मेरा सदा सदा, गुरु नानक फॉरएवर है, सदीवी है, वाहिगुरु है। उसने ज्ञान बख्शिया है कि बृछ टाहनियां पत्तरां फुल्लां फलां विच सूक्ष्म बीज दे समाए होण वांग पूर्ण ब्रह्म सबना विच मिलिया होया है। एक प्रभु ही है, एक वाहिगुरू। मतलब दरख्त विच, पत्तियां विच, टाहनियां विच, फलां विच, फुल्लां विच सूक्ष्म रूप वाहिगुरू। जिवें फल विच बीज है, इस तरह वाहिगुरू। जे वाहिगुरू की जोत ना होवे, फल वड्डा ही नहीं हुंदा। जो चीज़ वड्डी हो रही है, उहदे विच जोत है। गल एक खत्म करो, सबना विच मिलिया होवे, तदे तो प्रभु पर एक ही है। एक वाहिगुरू किनिया विच, तदे तो वाहिगुरू। कौन मास कौन साग कहावै, किसमें पाप समाना। तुसीं कहंदे मास विच पाप है, साग विच भी तो जीव है। ਉਹਨੂੰ ਤਾਂ ਕਤਰ ਕਰੀ ਜਾਂਦੇ, ਉਹ ਵੀ ਤਾਂ ਜਮਾਤਮਾ ਵੱਢੀ ਜਾਂਦੇ। ਬੜਾ ਇੱਕ ਗੱਲ ਸਮਝਣ ਦੀ ਵਾਹਿਗੁਰੂ ਨੇ ਕਹੀ, ਪਰ ਸਾਨੂੰ ਅਜੇ ਗੱਲ ਸਮਝ ਨਹੀਂ ਆ ਰਹੀ। ਉਹ ਗੱਲ ਸਮਝ ਨਹੀਂ ਆ ਰਹੀ ਕਿਸੇ ਤਰੀਕੇ। ਪੂਰਨ ਬ੍ਰਹਮ ਗੁਰ, ਪੂਰਨ ਬ੍ਰਹਮ ਗੁਰ ਪੂਰਨ। ਫਿਰ ਆ ਗਈ ਨਾ ਗੱਲ, ਪੂਰਨ ਵਾਹਿਗੁਰੂ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਪੂਰਾ ਹੈ, ਉਹਦੇ 'ਚ ਕੋਈ ਉਕਾਈ ਨਹੀਂ, ਕੋਈ ਗਲਤੀ ਨਹੀਂ, ਅਧੂਰਾ ਨਹੀਂ, निरोल पूरा। सो पूर्ण ब्रह्म, गुरु नानक भी पूरा, गुर पूर्ण परम जोत। परम जोत परमात्मा जिन्हों कहते, ओत पोत सूत्र गत एक ही अनेक है। तो वाहिगुरू अपनी रचना विच सूत्र ਦੇ ਤਾਣੇ ਪੇਟੇ ਵਾਂਗ ਇੱਕ ਤੋਂ ਅਨੇਕ ਰੂਪ ਹੋ ਕੇ ਪੂਰਨ ਤੌਰ ਤੇ ਵਸਿਆ ਹੋਇਆ। ਉਹ ਪੂਰਨ ਬ੍ਰਹਮ ਦੀ ਪੂਰਨ ਜੋਤੀ ਪਰਮ ਆਤਮਾ, ਪੂਰਨ ਗੁਰੂ ਨਾਨਕ ਵਿੱਚ ਤਾਣੇ ਪੇਟੇ ਵਾਂਗ ਸਮਾਈ ਹੋਈ ਹੈ। ਪੂਰਨ ਗੁਰੂ ਗੁਰੂ ਨਾਨਕ ਵਿੱਚ ਤਾਣੇ ਪੇਟੇ ਵਾਂਗ ਸਮਾਈ ਹੋਈ। ਦਿਸਣ ਨੂੰ ਬ੍ਰਹਮ ਤੇ ਗੁਰੂ ਭਾਵੇਂ ਵੱਖ-ਵੱਖ ਹਨ, ਕਿਉਂਕਿ ਉਹ ਪ੍ਰਕਾਸ਼ ਹੈ, ਉਹ ਸਰੀਰ ਹੈ। ਦੇਖਣ ਨੂੰ ਬ੍ਰਹਮ ਵਾਹਿਗੁਰੂ ਤੇ ਗੁਰੂ ਭਾਵੇਂ ਵੱਖ-ਵੱਖ ਹਨ, ਪਰ ਅਸਲ ਵਿੱਚ ਦੋਵੇਂ ਇੱਕ ਹੀ ਰੂਪ। ਲੋਚਨ ਸਰਵਨ ਸਰੋਤ ਇੱਕ ਹੀ ਦਰਸ ਸ਼ਬਦ,
ਤੋ ਵਾਰ ਪਾਰ ਕੂਲ ਗਤ ਸਰ ਤਬ ਬੀਕ ਹੈ। ਸੋ ਅੱਖਾਂ ਦੀ ਦ੍ਰਿਸ਼ਟੀ ਤੇ ਕੰਨਾਂ ਦਾ ਸੁਣਨਾ ਵੱਖ ਵੱਖ ਹੁੰਦੇ, ਵਾਕੀ ਆ। ਸੋ ਇਹਨਾਂ ਦੀ ਸ਼ਬਦ ਲੀਨਤਾ ਇੱਕ ਸਮਾਨ ਹੁੰਦੀ। ਇਸ ਤਰ੍ਹਾਂ ਨਦੀ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਦਾ ਕੰਢਾ ਪਾਰ ਹੈ ਤੇ ਦੂਜੇ ਪਾਸੇ ਤੋਂ ਇੱਧਰ ਦਾ ਕੰਢਾ ਪਾਰ ਹੈ। ਅਸਲ ਵਿੱਚ ਦੋਵੇਂ ਕੰਢੇ ਇੱਕ ਸਮਾਨ ਹਨ। ਨਦੀ ਦੇ ਉਰਾਰਲੇ ਪਾਰਲੇ ਕੰਢੇ ਦੇ ਗਿਆਨਵਾਨ ਪਾਰ ਬ੍ਰਹਮ ਸਤਿਗੁਰੂ ਗੁਰੂ ਨਾਨਕ ਇੱਕ ਸਮਾਨ ਹੈ। ਅਸੀਂ ਕਹਿੰਦੇ ਭਗਉਤੀ ਸਿਮਰ ਕੇ, ਸਾਨੂੰ ਨਹੀਂ ਅਕਲ ਆ ਸਕਦੀ ਭਗਉਤੀ। ਚੰਦਨ ਬਨਸਪਤੀ ਕਨਕ ਅਨੇਕ ਧਾਤੂ ਪਰਸ ਪਰਸ ਜਾਨੀਅਤ ਜਬ ਦੇਖ ਹੈ। ਚੰਦਨ ਤੇ ਉਸ ਦੇ ਨਿਕਟ ਵਸਣ ਵਾਲੇ ਬ੍ਰਿਸ਼ ਬੂਟੇ ਵੱਖ ਵੱਖ ਰੂਪ ਹੁੰਦਿਆਂ ਵੀ ਸੁਗੰਧੀ ਦੇ ਗੁਣ ਕਰਕੇ ਇੱਕ ਸਮਾਨ ਹਨ ਅਤੇ ਪਾਰਸ ਨੂੰ ਪਰਸਨ ਕਰਕੇ ਅਨੇਕਾਂ ਧਾਤਾਂ ਉਹ ਜਿੱਥੋਂ ਤੱਕ ਹਨ ਸਭ ਵੱਖ ਵੱਖ ਰੂਪ ਹੁੰਦਿਆਂ ਵੀ ਸੋਨਾ ਹੋ ਜਾਣ ਤੇ ਇੱਕ ਸਮਾਨ ਹੈ। ਸੋਨਾ ਜਦੋਂ ਬਣ ਜਾਂਦੀਆਂ ਵੇਖ ਹੋ ਜਾਂਦੀਆਂ। ਇਸੇ ਤਰ੍ਹਾਂ ਪਾਰ ਬ੍ਰਹਮ ਤੇ ਗੁਰੂ ਨਾਨਕ ਵੱਖ ਵੱਖ ਹੁੰਦਿਆਂ ਵੀ ਇੱਕ ਸਮਾਨ, ਇੱਕ ਸਮਾਨ। ਗਿਆਨ ਗੁਰ ਅੰਜਨ ਨਿਰੰਜਨ ਬੰਜਨ ਵਿਖੇ ਸੋ ਦੁਬਦਾ ਨਿਵਾਰ ਗੁਰਮੁਖ ਏਕ ਟੇਕ ਹੈ। ਜਿਸ ਜਗਿਆਸੂ ਗੁਰਮੁਖ ਦੇ ਅੰਤਰੀਵ ਨੇਤਰਾਂ ਵਿੱਚ ਸਤਿਗੁਰੂ ਗਿਆਨ ਉਪਦੇਸ਼ ਦਾ ਸੁਰਮਾ ਦਿੰਦਾ ਹੈ, ਉਹ ਗੁਰਸਿੱਖ ਮਾਇਆ ਵਿੱਚ ਰਹਿੰਦਾ ਹੋਇਆ, ਮਾਇਆ ਸਰੀਰ ਵਿੱਚ ਰਹਿੰਦਾ ਹੋਇਆ, ਦੁਨੀਆ ਵਿੱਚ ਰਹਿੰਦਾ ਹੋਇਆ ਮਾਇਆ ਦੀ ਕਾਲਖ ਤੋਂ ਨਿਰਲੇਪ ਹੁੰਦਾ ਹੈ। ਕਿਵੇਂ? ਰਜੋ ਤਮੋ ਸਤੋ ਗੁਣ ਮਾਇਆ ਤਾਂ ਬਹੁਤ ਚੰਗਾ ਹੈ, ਸੇਵਾ ਭਾਵਨਾ ਲਈ ਬਹੁਤ ਚੰਗਾ ਅਤੇ ਹਰ ਤਰ੍ਹਾਂ ਦੀ ਦੁਬਿਧਾ ਦੂਰ ਕਰਕੇ ਇੱਕੋ ਗੁਰਮਤਿ ਦੀ ਟੇਕ ਹੀ ਹਿਰਦੇ ਵਿੱਚ ਵਸਾ ਲੈਂਦਾ। ਉਹ ਮਤਲਬ ਮਾਇਆ ਬੜੀ ਭੈੜੀ ਹੈ। ਮਾਇਆ ਦੇ ਰਜੋ ਤਮੋ ਗੁਣ ਬੜੇ ਗੰਦੇ ਨੇ ਤੇ ਸਤੋ ਗੁਣੀ ਲੈ ਲਈ ਤੇ ਮਾਇਆ ਬੜੀ ਚੰਗੀ ਹੈ। ਬਸ ਉਹ ਮਾਇਆ ਵਿੱਚ ਰਹਿੰਦਾ ਹੈ। ਤੋ ਦਰਸ ਧਿਆਨ ਲਿਵ ਦ੍ਰਿਸ਼ਟ ਅਚਲ ਭਈ ਸ਼ਬਦ ਵਿਵੇਕ ਸੁਰਤ ਸਰਵਨ ਅਚਲ ਹੈ। ਗੁਰੂ ਦੇ ਸੱਚੇ ਸੇਵਕ ਗੁਰਸਿੱਖ ਦੀ ਸਤਿਗੁਰੂ ਦੇ ਦਰਸ ਧਿਆਨ ਵਿੱਚ ਲਿਵ ਲੱਗਣ ਨਾਲ ਦਰਸ ਧਿਆਨ ਲਿਵ ਦ੍ਰਿਸ਼ਟ ਅਚਲ ਪਈ ਤੋ ਦ੍ਰਿਸ਼ਟੀ ਅਡੋਲ ਹੋ ਜਾਂਦੀ ਹੈ, ਹੋਰ ਪਾਸੇ ਭਟਕਣੋਂ ਰੁਕ ਜਾਂਦੀ ਹੈ। ਤੋ ਸ਼ਬਦ ਵਿਵੇਕ ਸੁਰਤ ਸਰਵਨ ਅਚਲ ਹੈ। ਤੇ ਜਦੋਂ ਗੁਰੂ ਸ਼ਬਦ ਦੀ ਵਿਚਾਰ, ਬਾਣੀ ਦੀ ਵਿਚਾਰ, ਨਾਮ ਸਿਮਰਨ, ਵਾਹਿਗੁਰੂ ਸਿਮਰਨ ਕੰਨੀ ਪੈਣ ਨਾਲ ਸੁਰਤੀ ਸਥਿਰ ਹੋ ਜਾਂਦੀ ਹੈ। ਭਾਵ ਕੰਨ ਹੋਰ ਰਾਗਾਂ ਨਾਦਾਂ ਤੇ ਆਵਾਜ਼ਾਂ ਵੱਲ ਨਹੀਂ ਦੌੜਦੇ। ਨਾਸਕਾ ਸੁਬਾਸ ਕਰ ਕੋਮਲਤਾ ਸੀਤਲਤਾ ਕੇ ਪੂਜਾ ਪ੍ਰਣਾਮ ਪਰ ਚਰਨ ਕਮਲ ਹੈ। ਨੱਕ ਸਤਿਗੁਰੂ ਦੇ ਚਰਨ ਕਮਲਾਂ ਦੀ ਧੂੜੀ ਦੀ ਸੁਗੰਧੀ ਕਰਕੇ, ਹੱਥ ਚਰਨ ਕਮਲਾਂ ਦੀ ਕੋਮਲਤਾ ਤੇ ਸੀਤਲਤਾ ਨੂੰ ਪਰਸ ਕੇ ਤੇ ਸਿਰ ਨਮਸਕਾਰ ਤੇ ਚਰਨ ਕਮਲਾਂ ਦੀ ਛੂਹਣ ਨਾਲ ਅਡੋਲ ਟਿਕ ਜਾਂਦਾ। ਗੁਰਮੁਖ ਪੰਥ ਚਾਰ ਅਚਰ ਹੋਏ, ਅੰਗ ਅੰਗ ਪੰਗ ਸਰਬੰਗ ਬੂੰਦ ਸਾਗਰ ਸਲਲ ਹੈ। ਪੈਰ ਸਤਿਗੁਰੂ ਦੇ ਮਾਰਗ ਤੇ ਚੱਲਣ ਨਾਲ ਅਚਲ ਹੋ ਜਾਂਦੇ ਹਨ, ਅੰਗ ਅੰਗ ਪਵਿੱਤਰ ਹੋ ਜਾਂਦੇ। ਸਾਰੇ ਅੰਗਾਂ ਕਰਕੇ ਪਾਣੀ ਦੀ ਬੂੰਦ ਦੇ ਸਮੁੰਦਰ ਵਿੱਚ ਮਿਲ ਜਾਣ ਵਾਂਗ ਉਹ ਸਤਿਗੁਰੂ ਦੀ ਸੇਵਾ ਵਿੱਚ ਲੀਨ ਹੋ ਜਾਂਦਾ ਹੈ। ਬੂੰਦ ਸਾਗਰ ਸਲਲ। ਬਹੁਤ ਗੁਰੂ ਸਾਹਿਬ ਦੀ ਬਹੁਤ ਵਡਿਆਈ ਕੀਤੀ, ਬਹੁਤ ਵਡਿਆਈ ਕੀਤੀ ਗੁਰੂ ਸਾਹਿਬ। ਦਰਸ਼ਨ ਸੋਭਾਦ੍ਰਿਕ ਦ੍ਰਿਸ਼ਟ ਗਿਆਨਗਮ ਦ੍ਰਿਸ਼ਟ ਧਿਆਨ ਪ੍ਰਭ ਦਰਸ ਅਤੀਤ ਹੈ। ਸੋ ਨੇਤਰਾਂ ਨਾਲ ਦ੍ਰਿਗ, ਨੇਤਰਾਂ ਨਾਲ ਵਾਹਿਗੁਰੂ ਗੁਰੂ ਨਾਨਕ ਵਾਹਿਗੁਰੂ ਦਾ ਸੁਭਾਇਮਾਨ ਦਰਸ਼ਨ ਕਰਨ ਨਾਲ ਸਤਿਗੁਰੂ ਦੇ ਪ੍ਰੀਤਮਾਨ ਗੁਰਸਿੱਖ ਦੀ ਦ੍ਰਿਸ਼ਟੀ ਵਿੱਚ ਗਿਆਨ ਦੀ ਰਸਾਈ ਭਾਵ ਸੋਝੀ ਹੋ ਜਾਂਦੀ ਅਤੇ ਗੁਰੂ
ਪ੍ਰਭੂ ਦੇ ਦਰਸ਼ਨ ਦੇ ਧਿਆਨ ਵਿੱਚ ਦ੍ਰਿਸ਼ਟੀ ਜੁੜਨ ਨਾਲ ਦੁਨਿਆਵੀ ਰੰਗ ਤਮਾਸ਼ੇ ਦੇਖਣ ਤੋਂ ਅਤੀਤ ਮੁਕਤ ਹੋ ਜਾਂਦੇ। ਸ਼ਬਦ ਸੁਰਤ ਪਰੇ, ਵਾਹਿਗੁਰੂ ਨਾਮ ਸਿਮਰਨ ਵਿੱਚ ਸੁਰਤੀ, ਸੁਰਤ ਸ਼ਬਦ ਪਰੇ। ਵਧੀਆ ਪੈਂਦੀ ਹੈ, ਪਰੇ ਹੁੰਦਾ ਪੈਂਦੀ ਹੈ। ਵਾਹਿਗੁਰੂ ਨਾਮ ਸਿਮਰਨ ਦੀ ਸਰੋਤ ਕੰਨੀ ਪੈਂਦੀ ਹੈ ਤੇ ਗੁਰਮੁਖ ਜਨ ਸੁਰਤੀ ਹੋਰ ਰਾਗਾਂ ਨਾਦਾਂ ਤੋਂ ਪਰੇ ਹੋ ਜਾਂਦੀ ਹੈ। ਜਿਸ ਗੁਰ ਸ਼ਬਦ ਦੀ ਸੁਗੰਧੀ ਅਲੌਕਿਕ ਹੈ, ਵਾਹਿਗੁਰੂ ਸਿਮਰਨ ਦੀ ਸੁਗੰਧੀ ਅਲੌਕਿਕ ਹੈ, ਉਹ ਨਾਮ ਸੁਗੰਧੀ ਸਦਕਾ ਨੱਕ ਹੋਰ ਸੁਗੰਧੀਆਂ ਤੋਂ ਖਾਲੀ ਹੋ ਜਾਂਦਾ, ਹੋਰ ਸੁਗੰਧੀ ਨਹੀਂ ਲੈਂਦਾ। ਰਸ ਰਸਨਾ ਰਹਿਤ, ਰਸਨਾ ਰਹਿਤ ਰਸ ਕਰ ਅਸਪਰਸ਼ ਪਰਸ਼ਨ ਕਰਾ ਜੀਤ ਹੈ। ਕਰਾ ਜੀਤ ਹੈ, ਕਰ ਅਜੀਤ। ਰੱਬ ਪਰਸ਼ਨ ਦੇ ਪ੍ਰਭਾਵ ਤੋਂ ਅਜਿੱਤ ਮੁਕਤ ਤੋਂ ਨਾਮ ਅਭਿਆਸੀ ਜਾਂਦੀ ਰਸਨਾ ਨਾਮ ਰਸ ਦੀ ਰਹਿਤ ਵਾਲੀ ਹੈ। ਰਹਿਤ ਵਾਲੀ ਹੋ ਕੇ ਦੁਨਿਆਵੀ ਰਸਾਂ ਕਸਾਂ ਦੇ ਸਵਾਦਾਂ ਤੋਂ ਰਹਿਤ ਹੋ ਜਾਂਦੀ ਹੈ। ਸਪਰਸ਼ ਨਾ ਕੀਤੇ ਜਾ ਸਕਣ ਵਾਲੇ ਪ੍ਰਭੂ ਨੂੰ ਪਰਸ਼ ਕੇ ਹੱਥ ਹੋਰ ਦੁਨਿਆਵੀ ਵਸਤੂਆਂ ਨੂੰ ਪਰਸਨ ਤੋਂ ਪ੍ਰਭਾਵ ਤੋਂ ਮੁਕਤ ਹੋ ਜਾਂਦੇ। ਚਰਨ ਗਮਨ ਰੋਮ, ਗਵਨ ਚਰਨ ਗਮ, ਆਸ ਪਿਆਸ ਬਿਸਮ ਵਿਸ਼ਵਾਸ ਪ੍ਰੈ ਪ੍ਰੀਤ ਹੈ। ਗੁਰਮੁਖ ਜਨ ਦੇ ਅੰਮ੍ਰਿਤਧਾਰੀ ਦੇ ਪੈਰ ਸਤਿਗੁਰੂ ਦੇ ਮਾਰਗ ਵੱਲ ਤੁਰਨ ਲਈ ਜਾਂਦੇ ਹਨ ਤਾਂ ਹੋਰ ਪਾਸਿਆਂ ਵੱਲੋਂ ਤੁਰਨਾ ਛੱਡ ਦਿੰਦੇ ਹਨ। ਗੁਰਮੁਖ ਜਨ ਪ੍ਰੈ ਪ੍ਰੀਤਮ ਦੀ ਇੱਕ ਆਸ ਪਿਆਸ ਅਨੂਪਮ ਭਰੋਸੇ ਵਾਲੀ ਬਹੁਤ ਪਿਆਰ ਹੋ ਜਾਂਦਾ। ਗੁਰਮੁਖ ਸ਼ਬਦ ਸੁਰਤ ਹੋਮੇ ਮਾਰ ਮਰੇ ਤੋ ਜੀਵਨ ਮੁਕਤ ਜਗ ਜੀਵਨ ਕਾ ਜਾਣੀਏ। ਅੰਮ੍ਰਿਤਧਾਰੀ ਗੁਰਸਿੱਖ ਵਾਹਿਗੁਰੂ ਸਿਮਰਨ ਵਿੱਚ ਸੁਰਤੀ ਜੋੜਦਾ, ਉਹਦਾ ਸਦਕਾ ਸਿਮਰਨ ਵਿੱਚ ਸੁਰਤੀ ਜੁੜਨ ਨਾਲ ਹਉਮੈ ਗਵਾ ਕੇ ਆਪਾ ਭਾਵ ਨੂੰ ਮਰਦਾ, ਹਉਮੈ ਮਾਰ ਮਰੇ ਜੀਵਨ ਜੁਗਤ ਮਰਨ ਗਵਾਉਂਦਾ ਹੈ। ਉਹ ਜੀ ਆਪਨਤ ਗਵਾਉਂਦਾ ਹੈ ਤੇ ਉਹ ਜੀਂਦੇ ਜੀ ਸੰਸਾਰਕ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਜਗ ਜੀਵਨ ਪ੍ਰਭੂ ਨਾਲ ਸਾਂਝ ਪਾ ਲੈਂਦਾ, ਜਗ ਜੀਵਨ ਕਾ ਜਾਣੂ, ਜਗ ਨੂੰ ਜੀਵਨ ਦੇਣ ਵਾਲੇ ਵਾਹਿਗੁਰੂ ਨਾਲ ਸਾਂਝ ਪਾ ਲੈਂਦੇ। ਅੰਤਰ ਨਿਰੰਤਰ ਅੰਤਰ ਪਟ ਘਟ ਗਏ, ਅੰਤਰ ਜਾਮੀ ਅੰਤਰਾਗਤ ਉਨਮਾਨੀਏ। ਉਹ ਰਸ ਅੰਤਰਾਤਮੇ ਨਾਮ ਸਿਮਰਨ ਵਿੱਚ ਜੁੜਨ ਨਾਲ ਭੇਦ ਭਰਮ ਦੇ ਅੰਦਰਲੇ ਪਰਦੇ ਖਤਮ ਹੋ ਜਾਂਦੇ ਹਨ। ਉਹ ਘਟ ਘਟ ਦੇ ਜਾਣਨ ਵਾਲੇ ਪ੍ਰਭੂ ਨੂੰ ਹੀ ਹਿਰਦੇ ਵਿੱਚ ਵਿਚਾਰਦਾ ਤੇ ਮੰਨਦਾ। ਬ੍ਰਹਮਮਈ ਹੈ ਮਾਇਆ, ਮਾयामयी है ब्रह्म, ब्रह्म विवेक एक टेक एक के पहचानिए। गुरसिख ਨੂੰ ਮਾਇਆ ਦਾ ਪਸਾਰਾ ਰੱਬ ਰੂਪ ਹੀ ਦਿਸਦਾ ਹੈ ਅਤੇ ਵਾਹਿਗੁਰੂ ਹੀ ਮਾਇਆ ਰੂਪ ਹੋ ਕੇ ਵਰਤਦਾ ਦਿਸ ਆਉਂਦਾ ਹੈ। ਕਿਉਂ? ਵਾਹਿਗੁਰੂ ਗਿਆਨ ਦੀ ਟੇਕ ਸਦਕਾ ਇੱਕੋ ਇੱਕ ਬ੍ਰਹਮ ਨੂੰ ਪਛਾਣਦਾ ਹੈ, ਵਾਹਿਗੁਰੂ ਨੂੰ ਜਾਣਦਾ ਹੈ। ਪਿੰਡ ਬ੍ਰਹਮ, ਬ੍ਰਹਮ ਪਿੰਡ, ਪੋਤ ਪੋਤ, ਜੋਤ ਮਿਲ ਜੋਤ, ਗੋਤ ਬ੍ਰਹਮ ਗਿਆਨ, ਗੋਤ ਪਾਰ ਬ੍ਰਹਮ ਵਾਹਿਗੁਰੂ ਦੀ ਸੋਝੀ ਹੋਣ ਕਰਕੇ ਉਸ ਦਾ ਵੰਸ਼ ਬ੍ਰਹਮ ਗਿਆਨੀ ਹੁੰਦਾ ਹੈ, ਉਸ ਦੀ ਕੁਲ ਬ੍ਰਹਮ ਗਿਆਨੀ ਹੁੰਦੀ ਹੈ ਗੋਤ। ਅਤੇ ਜੋਤੀ ਸਰੂਪ ਵਾਹਿਗੁਰੂ ਵਿੱਚ ਆਪਣੀ ਜੋਤ ਮਿਲਾ ਕੇ ਉਹ ਸਰੀਰ ਕਾਇਆ ਅੰਦਰ ਹੀ ਬ੍ਰਹਿਮੰਡ ਨੂੰ ਅਤੇ ਬ੍ਰਹਿਮੰਡ ਵਿੱਚ ਕਾਇਆ ਨੂੰ ਤਾਣੇ ਪੇਟੇ ਵਾਂਗ ਮਿਲਿਆ ਜਾਣਦਾ ਹੈ। ਮਤਲਬ ਸੋਚੀ ਆ ਗਈ ਬਸ। ਚਰਨ ਸਰਨ ਗੁਰ ਧਾਵਤ ਬਰਜ ਰੱਖੇ, ਨਿਚਲ ਚਿਤ ਸੁਖ ਸਹਿਜ ਨਿਵਾਸੇ। ਸਤਿਗੁਰੂ ਦੇ
ਅਨੰਦ ਸੇਵਕ ਅੰਮ੍ਰਿਤਧਾਰੀ ਗੁਰਸਿੱਖ ਗੁਰੂ ਦੀ ਚਰਨ ਸ਼ਰਨ ਲੈਣ ਨਾਲ ਗੁਰਦੀਖਿਆ ਪ੍ਰਾਪਤ ਕਰਕੇ ਭਟਕਦੇ ਮਨ ਨੂੰ ਰੋਕ ਰੱਖਦਾ ਹੈ, ਉਸਦਾ ਚਿੱਤ ਅਡੋਲ ਹੋ ਜਾਂਦਾ ਹੈ ਤੇ ਉਹ ਨਿਜ ਆਤਮ ਸੁਖ ਦੀ ਸਹਿਜ ਸਮਾਧ ਅਵਸਥਾ ਵਿੱਚ ਸਥਿਤ ਹੋ ਜਾਂਦਾ ਹੈ। ਸੁਖ ਸਹਿਜ ਨਿਵਾਸ ਹੈ। ਸਹਿਜ ਗੁਰੂ ਨਾਨਕ, ਸਹਿਜ ਦਾ ਮਤਲਬ ਹੀ ਗੁਰੂ ਨਾਨਕ, ਉਹਦਾ ਸੁਭਾਅ ਗੁਰੂ ਨਾਨਕ ਵਰਗਾ ਹੈ ਤੇ ਗੁਰੂ ਨਾਨਕ ਹੀ ਅੰਦਰ ਤਾਂ ਗੁਰੂ ਨਾਨਕ ਹੀ। ਜੀਵਨ ਕੀ ਆਸਾ ਅਰ ਮਰਨ ਕੀ ਚਿੰਤਾ ਮਿਟੀ, ਜੀਵਨ ਮੁਕਤ ਗੁਰਮੁਖ ਕੋ ਪ੍ਰਕਾਸ਼ ਹੈ ਤੇ ਉਸ ਨੂੰ ਫਿਰ ਚਿਰ ਜੀਵਨ ਦੀ ਖਾਸ਼ ਨਹੀਂ ਰਹਿੰਦੀ, ਮਰਨ ਦੀ ਚਿੰਤਾ ਮਿਟ ਜਾਂਦੀ ਹੈ। ਉਹ ਜੀਂਦੇ ਜੀ ਦੁਨਿਆਵੀ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਹਿਰਦੇ ਵਿੱਚ ਗੁਰੂ ਦੀ ਮੱਤ, ਗੁਰਬਾਣੀ ਦੇ ਨਾਲ ਪਰ ਗੁਰਮਤਿ ਕੋ ਪ੍ਰਕਾਸ਼ ਹੈ। ਉਹ ਗੁਰੂ ਦੀ ਮੱਤ ਲੈਣ ਨਾਲ ਉਹਨੂੰ ਪ੍ਰਕਾਸ਼ ਹੋ ਜਾਂਦਾ। ਆਪਾ ਖੋਏ ਹੋਣਹਾਰ ਹੋਏ ਸੋਈ ਭਲੋ ਮਾਨੇ, ਸੇਵਾ ਸੁਰ ਬਾਤਮ ਕਹਿ ਦਾਸਨ ਕੋ ਦਾਸ ਹੈ। ਉਹ ਆਪਾ ਭਾਵ ਮਿਟਾ ਕੇ ਪ੍ਰਭੂ ਦੀ ਜੋ ਰਜ਼ਾ ਵਰਤਦੀ ਹੈ ਉਸ ਨੂੰ ਭਲਾ ਕਰਕੇ ਮੰਨਦਾ ਹੈ ਤੇ ਹਰੇਕ ਜੀਵ ਦੀ ਸੇਵਾ ਕਰਕੇ ਦਾਸਾਂ ਦਾ ਦਾਸ ਹੋ ਕੇ ਰਹਿੰਦਾ ਹੈ। ਸ੍ਰੀ ਗੁਰੂ ਦਰਸ ਸ਼ਬਦ ਬ੍ਰਹਮ ਗਿਆਨ ਧਿਆਨ ਪੂਰਨ ਸਰਬਮਈ ਬ੍ਰਹਮ ਵਿਸ਼ਵਾਸ ਹੈ। ਤੋ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਜਦੋਂ ਆਪਾਂ ਸੁਰਤੀ ਲਾਉਂਦੇ ਹਾਂ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਆ। ਵਾਹਿਗੁਰੂ ਸਿਮਰਨ ਦੀ ਕਮਾਈ ਸਦਕਾ ਗੁਰਮੁਖ ਜਨ ਬ੍ਰਹਮ ਦੇ ਗਿਆਨ ਤੇ ਧਿਆਨ ਨੂੰ ਪਾ ਲੈਂਦੇ, ਕਿਉਂ ਉਸ ਨੂੰ ਪੂਰਨ ਨਿਸ਼ਚਾ ਹੋ ਜਾਂਦਾ ਹੈ ਕਿ ਪੂਰਨ ਬ੍ਰਹਮ ਸਭਨਾਂ ਵਿੱਚ ਹੀ ਵਿਆਪਕ ਹੈ। ਵਾਹਿਗੁਰੂ ਸਾਰਿਆਂ ਵਿੱਚ ਵਿਆਪਕ। ਵਾਹਿਗੁਰੂ ਗੁਰਮੁਖ ਸੁਖ ਫਲ ਕਾਮ ਨੇ ਹੈ ਕਾਮ ਕੀਨੇ, ਤੇ ਗੁਰਮੁਖ ਉਦਮ ਨਿਰਦਮ ਉਕਤ ਹੈ। ਉਦਮ ਨਿਰਦਮ, ਉਦਮਾਂ ਤੋਂ ਨਿਰਉਦਮ, ਦੁਨਿਆਵੀ ਧੰਦਿਆਂ ਦੇ ਉਦਮਾਂ ਦੇ ਆਰਾਂ ਤੋਂ ਛੁਟਕਾਰਾ, ਉਕਤ ਜੁਗਤੀ ਦਲੀਲ ਕਰਨੀ। ਗੁਰੂ ਦਾ ਅੰਮ੍ਰਿਤਧਾਰੀ ਗੁਰਸਿੱਖ ਸਤਿਗੁਰੂ ਦੇ ਬਖਸ਼ੇ ਗੁਰੂ ਸ਼ਬਦ ਦੇ ਅਲੌਕਿਕ ਸੁਖ ਫਲ ਨੂੰ ਪ੍ਰਾਪਤ ਕਰਕੇ ਦੁਨਿਆਵੀ ਕਾਮਨਾਵਾਂ ਵੱਲੋਂ ਨਿਰਇਛਤ ਹੋ ਜਾਂਦਾ ਹੈ ਅਤੇ ਗੁਰਦੀਖਿਅਤ ਸਿੱਖਿਆ, ਗੁਰਦੀਖਿਅਤ ਗੁਰਸਿੱਖ ਦੀ ਇਹ ਕਰਨੀ ਹੁੰਦੀ ਹੈ ਕਿ ਦੁਨਿਆਵੀ ਧੰਦਿਆਂ ਦੇ ਆਰਾਂ ਖਲਜਗਨਾਂ ਤੋਂ ਛੁਟਕਾਰਾ ਪਾ ਲੈਂਦਾ ਹੈ। ਗੁਰਮੁਖ ਮਾਰਗ ਹੋਏ ਡੁੱਬਦਾ ਭਰਮੁਖ ਹੋਏ, ਚਰਨ ਸਰਨ ਗਏ ਨੇ ਚਲ ਮਤ ਹੈ। ਗੁਰਮੁਖੀ ਮਾਰਗ ਵਿੱਚ ਵਿਚਰ ਕੇ ਉਹ ਦਵੈਕ ਤੇ ਭਰਮ ਗਵਾ ਲੈਂਦਾ ਹੈ। ਸਤਿਗੁਰੂ ਦੀ ਚਰਨ ਸ਼ਰਨ ਲੈਣ ਗੁਰਦੀਖਿਆ ਪ੍ਰਾਪਤ ਹੋਣ ਸਦਕਾ ਉਸ ਦੀ ਮੱਤ ਅਡੋਲ ਹੋ ਜਾਂਦੀ ਹੈ। ਦਰਸ਼ਨ ਪਰਸਤ ਆਸਾ ਮਨਸਾ ਥਕਤ, ਸ਼ਬਦ ਸੁਰਤ ਗਿਆਨ ਪ੍ਰਾਨ ਪ੍ਰਾਨ ਪਤ ਹੈ। ਸਤਿਗੁਰੂ ਦਾ ਦਰਸ਼ਨ ਪਰਸਨ ਨਾਲ ਚਰਨਾਂ ਤੇ ਮੱਥਾ ਟੇਕਦਾ ਹੈ, ਪਰਸਿਆ ਗਿਆ। ਆਸਾ ਤੇ ਮਨਸਾ, ਇੱਛਾ ਤੇ ਵਾਸ਼ਨਾ ਦੋਵੇਂ ਥੱਕ ਜਾਂਦੀਆਂ ਤੇ ਸਵਾਸ ਸਵਾਸ ਵਾਹਿਗੁਰੂ 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 ਸਿਮਰਨ ਕਰਦੇ ਹਾਂ। ਵਾਹਿਗੁਰੂ ਸ਼ਬਦ ਸੁਰਤ ਦੇ ਮੇਲ ਵਿੱਚ ਗੁਰਮੁਖ ਜਨ ਪ੍ਰਾਣਪਤੀ ਵਾਹਿਗੁਰੂ ਦੀ ਸੋਝੀ ਪਾ ਲੈਂਦਾ ਹੈ। ਰਚਨਾ ਚਰਿੱਤਰ ਚਿੱਤਰ ਬਿਸਮ ਬਚਿੱਤਰਪਨ, ਬਚਿੱਤਰਪਨ ਚਿੱਤਰ ਕੇ ਚਿੱਤਰੇ, ਚਿੱਤਰ ਕੇ ਚਿਤੇਰਾ ਕੋ ਬਸੇਰਾ ਸਤ ਸਤ ਹੈ। ਵਾਹਿਗੁਰੂ ਦੀ ਸਾਚੀ ਹੋਈ ਅਨੇਕ ਪ੍ਰਕਾਰੀ ਰਚਨਾ ਦੇ ਚਿੱਤਰ ਦਾ ਕੌਤਕ ਅਸਚਰਜ ਹੈਰਾਨੀ ਭਰਿਆ। ਗੁਰਮੁਖ ਜਨ ਇਸ ਰਚਨਾ ਦੇ ਚਿੱਤਰ ਵਿੱਚ ਰਚਨਹਾਰ ਚਿੱਤਰਕਾਰ ਪ੍ਰਭੂ ਦਾ ਵਾਸਾ ਸਤ 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 ਕਰ ਜਾਂਦਾ, ਸਤ 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 ਕਰ ਜਾਂਦਾ, ਸਤ 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 ਕਰ ਜਾਂਦਾ। ਸ੍ਰੀ ਗੁਰੂ ਸ਼ਬਦ ਸੁਣ ਸਰਵਨ ਕਪਾਟ ਖੁੱਲੇ, ਸ੍ਰੀ ਗੁਰੂ ਸ਼ਬਦ ਸੁਣ ਸਰਵਨ ਕਪਾਟ ਖੁੱਲੇ, ਨਾਦੇ ਮਿਲ ਨਾਦ ਅਨਹਦ ਲਿਵ ਲਾਈ ਹੈ।
ਸਤਿਗੁਰੂ ਦੇ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਪਦੇਸ਼ ਨੂੰ ਸੁਣ ਕੇ ਗੁਰਮੁਖ ਜਨ ਦੇ ਕੰਨਾਂ ਦੇ ਕਪਾਟ ਖੁੱਲ ਗਏ, ਦਸਮ ਦੁਆਰ ਖੁੱਲ ਜਾਂਦੇ, ਪਰਦੇ ਖੁੱਲ ਜਾਂਦੇ। ਸੁਣ ਕੰਨਾਂ ਨਾਲ ਸੁਣਨ ਨਾਲ ਤੋ ਦਸਮ ਦੁਆਰ ਖੁੱਲ ਜਾਂਦਾ, ਕਪਾਟ ਖੁੱਲੇ। ਕਿਉਂ ਖੁੱਲੇ? ਕਿਉਂਕਿ ਇਹ ਕੰਨ ਖੁੱਲੇ ਹੀ ਆ, ਇਹ ਵੀ ਤਾਂ ਅੱਖਾਂ ਖੁੱਲੀਆਂ ਹੀ ਆ, ਨਾਸਾਂ ਖੁੱਲੀਆਂ ਹੀ ਆ, ਮੂੰਹ ਖੁੱਲਾ ਹੀ ਆ, ਇਹ ਤਾਂ ਸਾਰੇ ਖੁੱਲੇ ਆ। ਉਹ ਬੰਦ ਆ, ਦਸਮ ਦੁਆਰ ਬੰਦ ਆ, ਉਹਨੂੰ ਖੋਲਣਾ। ਤੋ ਸਤਿਗੁਰੂ ਦੇ ਸ਼ਬਦ ਬਾਣੀ ਦੇ ਉਪਦੇਸ਼ ਨੂੰ ਸੁਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਹੀ ਆ ਗੁਰਸਿੱਖ ਜਨ ਦੇ ਸੁਣ ਕੇ, ਕੰਨਾਂ ਨਾਲ ਸੁਣ ਕੇ ਦਸਮ ਦੁਆਰ ਦਾ ਪਰਦਾ ਖੁੱਲ ਜਾਂਦਾ ਹੈ। ਨਾਦੇ ਮਿਲ ਨਾਦ ਅਨਹਦ ਲਿਵ ਲਾਈ ਹੈ। ਨਾਦੇ ਮਿਲ ਨਾਦ ਜੋ ਗੁਰੂ ਸ਼ਬਦ ਦੀ ਧੁਨੀ ਨਾਲ ਅੰਤਰਾਤਮੇ ਹੋ ਰਹੀ ਧੁਨੀ ਇੱਕ ਰੂਪ ਹੋਣ ਤੇ ਦਸਮ ਦੁਆਰ ਵਿੱਚ ਇੱਕ ਰਸ ਹੋਣ ਵਾਲੇ ਨਾਦ ਵਿੱਚ ਲਿਵ ਲੱਗ ਜਾਂਦੀ ਹੈ। ਇਹ ਦਸ ਉੱਚੀਆਂ ਗੱਲਾਂ, ਬਹੁਤ ਅਨਹਦ ਲਿਵ ਲਾਈ ਹੈ। ਅਨਹਦ ਹੁੰਦਾ ਅੰਦਰ। ਦਸਮ ਦੁਆਰ ਦੀ ਨਿਸ਼ਾਨੀ ਅਨਹਦ ਹੈ। ਤੋ ਗਾਵਤ ਸ਼ਬਦ ਰਸ ਰਸਨਾ ਰਸਾਇਣ ਕੈ ਨਿਜਰ ਅਪਾਰ ਧਾਰ ਭਾਠੀ ਕੇ ਚੁਵਾਈ ਹੈ। ਤੇ ਰਸਨਾ ਦੁਆਰਾ ਰਸਾਂ ਦੇ ਘਰ ਨਾਮ ਸ਼ਬਦ ਦੇ ਦਾ ਰਸ ਭਰਪੂਰ ਉਚਾਰਨ ਕਰਨ ਨਾਲ ਗੁਰਮੁਖ ਜਨ ਦੀ ਦਸਮ ਦੁਆਰ ਰੂਪੀ ਭੱਠੀ ਚੋਂ ਅੰਮ੍ਰਿਤ ਰਸ ਦੇ ਅਪਾਰ ਧਾਰਾ ਇੱਕ ਰਸ ਝਰਨ ਲੱਗ ਪੈਂਦੀ। ਨਿਜਰ ਅਪਾਰ ਧਾਰ ਭੱਠੀ ਕੈ ਚੁਵਾਈ। ਭੱਠੀ ਮੀਨ ਦਸਮ ਦੁਆਰ। ਹਿਰਦੇ ਨਿਵਾਸ ਗੁਰ ਸ਼ਬਦ ਨਿਧਾਨ ਗਿਆਨ ਤਾਵਤ ਬਰਜ ਉਨਮਨ ਸੁਧ ਪਾਈਏ। ਗੁਰੂ ਦਾ ਗਿਆਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ, ਉਪਦੇਸ਼ ਦਾ ਖਜ਼ਾਨਾ ਗੁਰ ਸ਼ਬਦ ਹੈ, ਵਾਹਿਗੁਰੂ ਸਿਮਰਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਦਾ ਖਜ਼ਾਨਾ ਵਾਹਿਗੁਰੂ ਸਿਮਰਨ ਹੈ। ਉਸ ਦਾ ਹਿਰਦੇ ਵਿੱਚ ਵਾਸਾ ਹੋਣ ਨਾਲ ਗੁਰਮੁਖ ਜਨ ਦਸੀਂ ਪਾਸੀ ਧੌਂਦੇ ਮਨ ਨੂੰ ਰੋਕ ਕੇ ਉਨਮਨੀ ਅਵਸਥਾ ਦੀ ਸੋਝੀ, ਉਨਮਨੀ ਮਸਤ ਸੁਰਤੀ ਵਿੱਚ ਮਸਤ ਸੋਝੀ ਪਾ ਲੈਂਦਾ ਹੈ। ਭਾਵ ਉਹ ਆਤਮ ਅਵਸਥਾ ਵਿੱਚ ਟਿਕ ਜਾਂਦਾ ਹੈ, ਮਨ ਟਿਕ ਗਿਆ। ਸ਼ਬਦ ਅਵੇਸ਼ ਪਰਮਾਰਥ ਪ੍ਰਵੇਸ਼ ਧਾਰ ਦਿਵ ਦੇ ਦਿਵ ਦਿਵ ਜੋਤ ਪ੍ਰਗਟ ਦਿਖਾਈ ਹੈ। ਵਾਹਿਗੁਰੂ ਸਿਮਰਨ ਵਿੱਚ ਅਭੇਦ ਹੋਣ ਕਰਕੇ ਸ਼ਬਦ ਅਵੇਸ਼ ਅੰਦਰ ਪ੍ਰਵੇਸ਼ ਕਰਕੇ ਪਰਮਾਰਥ ਪ੍ਰਵੇਸ਼ ਧਾਰ ਤੇ ਗੁਰਮੁਖ ਜਨ ਮੋਖ ਪਦ ਨੂੰ ਪ੍ਰਾਪਤ ਕਰ ਲੈਂਦਾ ਅਭੇਦ ਹੋ ਕੇ। ਅਤੇ ਉਸ ਦੀ ਨਾਮ ਰੰਗ ਭਿੰਨੀ ਅਲੌਕਿਕ ਦੇਹ ਵਿੱਚ, ਸਰੀਰ ਵਿੱਚ ਵਾਹਿਗੁਰੂ ਦੀ ਦੇਵੀ ਜੋਤ ਪ੍ਰਗਟ ਪਹਾਰੇ ਉਜਾਗਰ ਹੋ ਆਉਂਦੀ। ਦਿਵ ਜੋਤ ਰੱਬੀ ਜੋਤ ਪ੍ਰਗਟ ਦਿਖਾਈ ਹੈ, ਪ੍ਰਗਟ ਹੋ ਜਾਂਦੀ, ਉਹਨੂੰ ਪ੍ਰਕਾਸ਼ ਹੋ ਜਾਂਦਾ। ਹੀ ਇਜ਼ ਇਨਲਾਈਟਡ। ਗੁਰ ਸਿੱਖ ਸੰਗਤ मिलाप को प्रताप यत प्रेम के परस्पर पूर्व प्रगास है। सतगुरु दे गुरु दे अनुसारी सिख दी संगत दे एक रूप हो जान वाले मिलाप दा महात्म बेअंत है। गुरसिख संगत मिलाप को प्रतापत मिलाप हो गया। उदा हुण की प्रताप दसां, उदा महात्म की दसां। प्रेम के परस्पर पूर्ण प्रकाश है। तो परस्पर अलौकिक प्रेम दे कारण गुरसिख दे हिरदे विच पूर्ण प्रभु दी जोत दा प्रकाश हो जाता है, पूर्ण जोत दा प्रकाश हो जाता है। ये गल्लां अजकल साडे गुरुद्वारे रहियां नहीं। दर्शो अनूप रूप रंग अंग अंग छब हिरत हिराने दृग बिस्म विश्वास है। तो सतगुरु दे अत सुंदर दर्शन रूप रंग अते अंग अंग दी छवि
ਦੇਖ ਕੇ ਗੁਰਮੁਖ ਜਨ ਦੇ ਨੇਤਰ ਚਕਿੱਤਰ ਰਹਿ ਜਾਂਦੇ ਆ। ਇੰਨੀ ਮਿਹਰ ਹੋ ਗਈ ਮੇਰੇ ਤੇ ਕਿ ਮੈਨੂੰ ਐਡੇ ਸੋਹਣੇ ਗੁਰੂ ਸਾਹਿਬ ਦੇ ਦਰਸ਼ਨ ਹੋ ਗਏ, ਜੋ ਹਿਰਦੇ ਵਿੱਚ ਸਤਿਗੁਰੂ ਦੇ ਦਰਸ ਪ੍ਰੀਤ ਦੀ ਅਚਰਜ ਸ਼ਰਧਾ ਪੁੱਜਦੀ ਹੈ। ਸ਼ਰਧਾ ਵੱਧਦੀ ਹੈ, ਬਹੁਤ ਵੱਧਦੀ ਹੈ। ਸਰਬ ਨਿਧਾਨ ਅਨਹਦ ਰੁਣ ਝੁਨ ਧੁਨ, ਅਨਹਦ ਰੁਣ ਝੁਨ, ਰੁਣ ਝੁਨ ਬਹੁਤ ਆਨੰਦਮਈ। ਤੋ ਸੁਨਤ ਸੁਰਤ ਮਤ ਹਰਨ ਅਭਿਆਸ ਹੈ। ਸਰਬ ਨਿਧਾਨ ਗੁਰੂ ਸ਼ਬਦ ਵਾਹਿਗੁਰੂ ਸਿਮਰਨ ਖਜ਼ਾਨੇ ਨੂੰ ਪਾ ਕੇ ਵਾਹਿਗੁਰੂ ਸਿਮਰਨ ਦੀ ਟੁੱਟ ਕਮਾਈ ਕਰਕੇ ਦਸਮ ਦੁਆਰ ਵਿੱਚ ਅਨਹਦ ਸ਼ਬਦ ਦੀ ਬੜੇ ਪਿਆਰ ਦੀ ਆਨੰਦਮਈ ਰਿਮ ਧੁਨੀ ਵਜਦੀ ਹੈ, ਪੁੱਜਦੀ ਹੈ, ਜਿਸ ਨੂੰ ਲਗਾਤਾਰ ਸੁਣਨ ਨਾਲ ਉਹਦੀ ਸੁਰਤ ਮਤ ਮੋਈ ਜਾਂਦੀ ਹੈ। ਭਾਵ ਉਹ ਮਸਤ ਹੋ ਜਾਂਦਾ ਹੈ, ਮਸਤ ਹੋ ਜਾਂਦਾ, ਮਸਤ। ਸ਼ਬਦ ਨਿਧਾਨ ਇੱਕ ਖਜ਼ਾਨਾ ਹੈ। ਦ੍ਰਿਸ਼ਟ ਦਰਸ ਅਰ ਸ਼ਬਦ ਸੁਰਤ ਮਿਲ, परम अद्भुत गत पूर्ण विलास है। दृष्ट दर्श अर शब्द सुरत मिल, तो दृष्टि सतगुरु के दर्शनों में, सुरत वाहिगुरु सिमरन नाल एक मिक हो जान नाल उसकी पूर्ण खड़ाव वाली परम आश्चर्य अवस्था हो जाती है। बस मिलाप की अवस्था बहुत उच्ची कही, बहुत उच्ची मिलाप की अवस्था बहुत उच्ची कही। गुरुमुख संगत मिलाप को प्रतापत, पूर्ण प्रकाश प्रेम नेम के परस्पर है। सतगुरु दे हुक्मां अनुसार चलन वाला हुक्मी बंदा गुरमुख दी सतगुरु दी संगत दे मिलाप दा महात्म बहुत ही आश्चर्य है। संगत दे मिलाप दा परस्पर पूर्ण प्रेम नेम निभाउंदे, निभाउण कारण गुरसिख दे अंतर आत्मे पूर्ण प्रभु दी ज्योति दा प्रकाश हुंदा है। प्रकाश हो जाते, समझ आ जाते। गुरुद्वारे जाना बहुत जरूरी है, बहुत संगत मिलाप। अज ना समझ आऊ कल समझ आ जाऊ। तुर चरण कमल रज बासना सुबास रज, शीतलता कोमल पूजा कोट ना समसर है। सतगुरु दे चरण कमलों की धूड़ी की सुगंधी वासना विखे अमृत रस पान करके अजे ही शीतलता ते कोमलता छा जाती है, जिसकी बराबरी दुनिया भर दियां करोड़ां पूजा नहीं कर सकती। रूप के अनूप रूप अत आश्चर्य में नाद विस्माद, राग रागनी न पटंतर है। गुरमुख जन आत्मक सुंदरता करके अत सुंदर रूप वाला हुंदा है ਅਤੇ ਬਹੁਤ ਆਸ਼ਚਰਜਨਕ ਦਸ਼ਾ ਵਿੱਚ ਨਾਮ ਸਿਮਰਨ ਦੀ ਬਿਸਮਾਦੀ ਧੁਨੀ ਵਿੱਚ ਲੀਨ ਹੁੰਦਾ ਹੈ, ਜਿਸ ਧੁਨੀ ਦੀ ਬਰਾਬਰੀ ਅਨੇਕਾਂ ਰਾਗ ਰਾਗਣੀਆਂ ਨਹੀਂ ਕਰ ਸਕਦੀਆਂ, ਨਹੀਂ ਕਰ ਸਕਦੀਆਂ। ਕੋਈ ਵੀ ਨਹੀਂ ਕਰ ਸਕਦਾ। ਕਰਨਾ ਕਿੰਨੇ? ਕੋਈ ਵੀ ਨਹੀਂ ਕਰ ਸਕਦਾ। ਬਹੁਤ ਉੱਚੀਆਂ ਗੱਲਾਂ, ਬਹੁਤ ਉੱਚੀਆਂ ਗੱਲਾਂ, ਬਹੁਤ ਉੱਚੀਆਂ। ਪਟੰਤਰ ਹੁੰਦਾ ਬਰਾਬਰ। निजर अपार धार अमृत निधान पान, परम अद्भुत गत आन नाही संसार है। सो अमृत नाम दे खजाने नूं पान करके पुंच करके नाम सिमरन दी टुट कमाई सदका अमृत रस पुंच के दसम द्वार चों नाम अमृत रस दी अपार धारा एक रस झरन लग पैंदी है। अमृत रस की धारा भार पैंदी है, जिस दी बराबरी दुनिया भर दी कोई होर आनंददायक विभूति नहीं कर सकती। कोई होर आनंददायक, कोई आनंदी दुनिया दी होर आनंद की गल करो, अमृत रस की बराबरी कोई नहीं कर सकता। अमृत रस की बराबरी कोई नहीं कर सकता, कोई नहीं कर सकता। अमृत रस बहुत उच्चा है, आउंदा ही नहीं किसी नूं। नमन गवन नमन निवान, नमन गवन जल
शीतल अमल जैसे अगन उर्द मुख तपत मलीन है। पानी नीवें पासे ਨੂੰ ਜਾਂਦਾ ਹੈ, पानी निवाण ਵੱਲ ਨੂੰ ਜਾਂਦਾ ਹੈ, जिस कारण वो ठंडा ते निर्मल ਹੁੰਦਾ है। पर अग उर्दूमुखी उतां ਨੂੰ ਜਾਂਦੀ है, जिस करके वो तपदी है ते साड़ के मैला करदी, अग काला ही करदी, सारिਆਂ ਨੂੰ काला करी ਜਾਂਦੀ है। बरन बरन मिल सलल बरन होई, श्याम अगन सर्ब बरन छब छीन है। पानी भांत भांत दे रंगां नाल मिल के ਉਹੋ ਜਿਹਾ रंग वाला हो जाता है, पर कालियां करन वाली अग नाल जो छुंदे हन ਉਹ ਸਭਨਾਂ ਦੇ रूप रंग ते सुंदरता नाश कर दिंदी, साड़ के रख दिंदी है, साड़ के रख दिंदी है। जल प्रतिबिंब पालक पर फुल्लत बनास्पति अगन पर परत गंध करत सुखहीन है। पानी प्रतिबिंब शीशा है, भाव निर्मल ते परोपकारी है, जिस करके वो बनस्पति दे बिरछ बूटियां नूं पालदा है, प्रफुल्लित करदा है। ते अग अग बनस्पति दे बिरछ बूटियां नूं पूरी तरह साड़दी है, इस करके वो दुखदाई है, सुखहीन है। तैसे ही असाध साध संगम सुभाव गत गुरमत दुरमत दुख सुख दुखहीन है। इसे तरह पानी ते अग वांग ही गुरमुख ते मनमुख दे मिलाप दे सुभाव गति है। गुरमुख तां गुरु दीख्या दा धारनी होण करके सबना विच सुखदाई हुंदा है, निमरता वाला है, सहज वाला है। तो जद के मनमुख खोटी मत अग वर्गा रेक लई दुखदाई हुंदा, साड़ के रख दिंदा सारियां नूं मनमुख। गुरमुख पानी है, मनमुख अग है। गुरमुख निवान नूं चलदा है, मनमुख उतां नूं जांदा है। गुरमुख पवित्र है, वो काला शाह है, अपवित्र है और विकारां दी कालख है। पानी ते अग दा मेल गुरमुख नाल ते मनमुख नाल कीता। मनमुख साड़ी जांदा सारिਆਂ ਨੂੰ, गुरमुख तारी जांदा, ठंडा करी जांदा। काम क्रोध लोभ मोह मेव के साध साध सत धर्म दयार्थ संतोख कह। दयार्थ दया मनमुख खोटे पुरुष काम क्रोध लोभ मोह हंकार विच ग्रसे रहंदे हैं, जद के साधु सुभाग गुरसिख जन सत धर्म वाले दयावान ते संतोखी हुंदे हैं। गुरमत साध संग भावनी भगत पाए, दुरमत के असाध संग दुख दुवैक के। साधु पुरुषां दी संगत विच शरदा प्रेमा भगती ते गुरु दी मत प्राप्त हुंदी है, जद के खोटे पुरुषां दी संगत विच दुख कलेश ते खोटी मती रहिंदी है। जन्म मरण गुर चरण शरण बिन मोख पद चरण कमल चित चोख कै। मनमुख सतगुरां दी चरण शरण गुरु उपदेश लए बिना जन्म मरण दे गेड़ विच पैंदे हैं। जन्म मरण गुर चरण शरण बिन, अमृत छकिया नहीं, असूलां नाल जुड़े नहीं, तो मनमुख जन्म मरण दे गेड़ विच पै रहिंदे हैं। मोख पद चरण कमल चित चोख कै। जद के गुरु दे आग्याकारी सिख सतगुरु दे चरण कमलां नूं चूस के चोख कै, भाव चरण चुम के अमृत पी के हिरदे विच वसा के मोख पद मुक्ति प्राप्त करदे सचखंड चले जांदे, वो नरकां विच जांदे। ज्ञान अंश हंस गत गुरमुख बंस विखे, दुकिरत सुकिरत खीर नीर सोख पोख कै। गुरमुखां दी बंस विच हंसां वांग ज्ञान अंश हुंदी है, जिवें हंस दुध तो पानी वख कर दिंदे हैं, तिवें गुरमुख बंसी सिख खोटे कर्मां नूं गवा के उत्तम कर्मां नाल तृप्त हुंदे हन। हार मानी झगड़े मिटत रोस मारे
ਸਹਿ ਰਸਾਇਣ ਹੋਏ, ਪੋਟ ਡਾਰੇ ਲਾਗਤ ਨਾ, ਡੰਡ ਜਗ ਜਾਣੀ। ਰੋਸ ਗੁੱਸਾ ਮਾਰੇ ਸਹਿ ਮਾਰਨ ਨਾਲ, ਗਵਾ ਦੇਣ ਨਾਲ। ਰਸਾਇਣ ਰਸਾਂ ਦਾ ਘਰ, ਵੱਡਾ ਸੁੱਖ। ਪੋਟ ਪੋਟਲੀ, ਡਾਰੇ ਸੁੱਟਿਆਂ, ਡੰਡ ਮਸੂਲ, ਕਰ ਟੈਕਸ। ਹਾਰ ਮੰਨ ਲਈ ਜਾਏ, ਝਗੜਾ ਮਿਟ ਜਾਂਦਾ ਹੈ, ਕਿੱਡੀ ਵਧੀਆ ਗੱਲ ਹੈ। ਗੁੱਸਾ ਗਵਾ ਦਈਏ ਤੇ ਵੱਡਾ ਸੁੱਖ ਹੁੰਦਾ ਹੈ। ਧੰਦਿਆਂ ਦੀ ਪੋਟਲੀ ਸੁੱਟ ਦਈਏ ਤਾਂ ਹਕੂਮਤ ਆਪ ਦੇ ਡੰਡ ਟੈਕਸ ਨਹੀਂ ਲੱਗਦਾ। ਇਹ ਤੱਥ ਸਾਰਾ ਸੰਸਾਰ ਜਾਣਦਾ ਹੈ, ਤੱਥ ਸਾਰਾ ਸੰਸਾਰ ਜਾਣਦਾ ਹੈ। ਹਉਮੈ ਅਭਿਮਾਨ ਅਸਥਾਨ, ਉੱਚੇ ਨੇ ਜਲ ਨਿਮਤ ਨਮਨ, ਥਲ ਜਲ ਪਹਿਚਾਨੀ। ਜਿਸ ਹਿਰਦੇ ਅਸਥਾਨ ਵਿੱਚ ਹਉਮੈ ਅਭਿਮਾਨ ਦਾ ਵਸ ਹੈ, ਉਸ ਉੱਚੇ ਥਾਂ ਵਿੱਚ ਪਾਣੀ ਵਾਂਗ ਪ੍ਰਭੂ ਦਾ ਨਿਵਾਸ ਨਹੀਂ ਹੋ ਸਕਦਾ। ਪਾਣੀ ਨੀਵੇਂ ਵੱਲ ਨੂੰ ਜਾਂਦਾ ਹੈ, ਤਾਂ ਪਾਣੀ ਨੀਵੇਂ ਨਿਵਾਣ ਵਾਲੀ ਧਰਤੀ ਤੇ ਵਗਦਾ ਵੇਖੀ ਤੇ ਉੱਥੇ ਨਹੀਂ ਅਸਥਾਨ ਹੋ ਸਕਦਾ। ਅੰਗ ਸਰ ਬੰਗ ਤਰ ਹਰ ਹੋਤ ਹੈ, ਚਰਨ ਤਾਂ ਕੇ ਚਰਨਾ ਮਿਤ ਚਰਨ ਰੀਨ ਮਾਨੀਏ। ਸਰੀਰ ਦੇ ਸਾਰੇ ਅੰਗਾਂ ਤੋਂ ਹੇਠਾਂ ਚਰਨ ਹੁੰਦੇ ਹਨ, ਤੇ ਇਸੇ ਕਰਕੇ ਚਰਨਾਂ ਦੇ ਅੰਮ੍ਰਿਤ ਚਰਨਾਮ੍ਰਿਤ ਨੂੰ ਅਤੇ ਚਰਨਾਂ ਦੀ ਧੂੜੀ ਨੂੰ ਪਵਿੱਤਰ ਜਾਣ ਕੇ ਸਤਿਕਾਰਿਆ ਜਾਂਦਾ। ਗੁਰੂ ਸਾਹਿਬ ਅੱਜ ਵੀ ਚਰਨਾਮ੍ਰਿਤ ਦਿੰਦੇ, ਅੱਜ ਵੀ ਚਰਨਾਮ੍ਰਿਤ ਦਿੰਦੇ, ਤੇ ਚਰਨ ਧੂੜੀ ਲਈਦੀ ਹੈ, ਤੇ ਚਰਨ ਸਭ ਤੋਂ ਨੀਵੇਂ ਹੈ, ਇਸੇ ਕਰਕੇ ਪੂਜਨੀਕ। ਵੱਡਿਆਂ ਦੇ ਬਜ਼ੁਰਗਾਂ ਦੇ ਚਰਨਾਂ ਤੇ ਹੀ ਹੱਥ ਲਾਈਦਾ, ਗੁਰੂ ਸਾਹਿਬ ਦੇ ਚਰਨੀ ਚੁੰਮੀ ਦੇ, ਗੁਰੂ ਸਾਹਿਬ ਨੂੰ ਮੱਥਾ ਟੇਕਦੇ। ਤੋ ਨੀਵਾਂ ਜਿਹੜਾ ਨੀਵਾਂ ਉੱਚਾ, ਤੈਸੇ ਹਰ ਭਗਤ ਜਗਤ ਮੈਂ ਨਿਮਰੀ ਭੂਤ, ਜਗ ਪਗ ਲਗ ਮਸਤਕ ਪ੍ਰਵਾਨੀ। ਨਿਮਰੀ ਭੂਤ ਦਾ ਨਿਮਰਤਾ ਵਾਲੇ ਭਾਵ ਨਾਲ, ਅਭਿਮਾਨ ਤੋਂ ਖਾਲੀ। ਇਉਂ ਹੀ ਪ੍ਰਭੂ ਦੀ ਭਗਤੀ ਕਰਨ ਵਾਲਾ ਭਗਤ ਨਿਮਰਤਾ ਭਾਵ ਵਾਲਾ ਨਿਰਭਿਮਾਨ ਹੁੰਦਾ ਹੈ, ਤਾਂ ਸਾਰਾ ਜਗਤ ਉਸਦੀ ਪੈਰੀ ਲੱਗ ਕੇ ਆਪਣਾ ਮੱਥਾ ਸਫਲਾ ਹੋਇਆ ਸਮਝਦਾ ਹੈ। ਪੂਜੀਏ ਨਾ ਸੀਸ ਈਸ, ਉੱਚੋ ਦੇ ਮੈਂ ਕਹਾਵੇ। ਪੂਜੀਏ ਨਾ ਲੋਚਨ ਦ੍ਰਿਸ਼ਟ ਦ੍ਰਿਸ਼ਟਾਂਤ ਕਹਿ। ਸਿਰ ਸਰੀਰ ਵਿੱਚ ਸਭ ਤੋਂ ਉੱਚਾ ਹੈ ਤੇ ਸਿਰਮੌਰ ਮੰਨਿਆ ਜਾਂਦਾ ਹੈ ਵੀ ਸਿਰਮੌਰ, ਸ਼੍ਰੋਮਣੀ ਹੈ, ਪਰ ਉਹ ਪੂਜਿਆ ਨਹੀਂ ਜਾਂਦਾ। ਨਾ ਹੀ ਅੱਖਾਂ ਨੂੰ ਪੂਜਿਆ ਜਾਂਦਾ, ਜੋ ਕਿ ਦ੍ਰਿਸ਼ਟੀ ਨਾਲ ਦੂਰ ਤੱਕ ਵੇਖਦੀਆਂ ਹਨ, ਅੱਖਾਂ ਵੀ ਨਹੀਂ ਪੂਜੀਆਂ ਜਾਂਦੀਆਂ। ਪੂਜੀਏ ਨਾ ਸਰਵਨ ਸੁਰਤ ਸੰਬੰਧ ਕਰ, ਪੂਜੀਏ ਨਾ ਨਾਸਕਾ ਸੁਬਾਸ ਸਵਾਸ ਕ੍ਰਾਂਤ ਕਹਿ। ਸੁਣਨ ਦੀ ਸ਼ਕਤੀ ਕਰਕੇ ਕੰਨਾਂ ਨੂੰ ਨਹੀਂ ਪੂਜਿਆ ਜਾਂਦਾ, ਨਾ ਹੀ ਸੁਗੰਧੀ ਲੈਣ ਕਰਕੇ ਸਵਾਸਾਂ ਨੂੰ ਚਲਾਉਣ ਵਾਲਾ ਨੱਕ ਪੂਜਿਆ ਜਾਂਦਾ ਹੈ। ਪੂਜੀਏ ਨਾ ਮੁਖ ਸਵਾਦ ਸ਼ਬਦ ਸੰਯੁਕਤ ਕਹਿ, ਪੂਜੀਏ ਨਾ ਹਸਤ ਸਕਲ ਅੰਗ ਪਾਂਤ ਕਹਿ। ਮੂੰਹ ਸਵਾਦ ਲੈਣ ਨਾਲ ਤੇ ਬਚਨ ਬੋਲਣ ਵਾਲਾ ਹੋ ਕੇ ਵੀ ਨਹੀਂ ਪੂਜਿਆ ਜਾਂਦਾ, ਤੇ ਸਾਰੇ ਅੰਗਾਂ ਨੂੰ ਪਾਲਣ ਵਾਲੇ ਹੱਥਾਂ ਨੂੰ ਵੀ ਨਹੀਂ ਪੂਜਿਆ ਜਾਂਦਾ। ਦ੍ਰਿਸ਼ਟ ਸ਼ਬਦ ਸੁਰਤ ਗੰਧ ਰਸ ਰਹਿਤ ਹੋਵੇ, ਪੂਜੀਏ ਵਦਾਰ ਬਿੰਦ ਨਮਨ ਮਹਾਂਤ ਕਹਿ। ਬਈ ਚਰਨ ਕਮਲ ਵੇਖਣ ਬੋਲਣ ਸੁਣਨ ਸੁੰਘਣ ਤੇ ਚੱਖਣ ਤੋਂ ਸਖਣੇ ਹੁੰਦੇ ਹਨ। ਨਾ ਤਾਂ ਉਹ ਵੇਖਦੇ, ਨਾ ਬੋਲਦੇ, ਨਾ ਸੁਣਦੇ, ਨਾ ਸੁੰਘਦੇ, ਤੇ ਨਾ ਕੋਈ ਚੀਜ਼ ਚੱਖ ਸਕਦੇ, ਪਰ ਨਿਊਨ ਨਿਮਰਤਾ ਦੇ ਗੁਣ ਕਰਕੇ ਉਹਨਾਂ ਨੂੰ ਪੂਜਿਆ ਜਾਂਦਾ। ਦੇਖਿਆ ਜੀ, ਨਿਮਰਤਾ ਦੇ ਗੁਣ ਕਰਕੇ ਉਹਨਾਂ ਨੂੰ ਪੂਜਿਆ ਜਾਂਦਾ। ਤੋ ਨਮਨ ਗਮਨ ਜਲ ਨਿਰਮਲ ਸੀਤਲ ਹੈ, ਨਮਨ ਬਸੁੰਦਰ ਸਰਬ ਰਸ ਰਾਸ ਹੈ। ਨੀਵਾਂ ਢਲਣ ਵਾਲਾ ਚੱਲਣ ਵਾਲਾ ਪਾਣੀ, ਨੀਵੇਂ ਵੱਲ ਢਲਣ ਵਾਲਾ ਨੀਵੇਂ ਪਾਸੇ ਚੱਲਣ ਵਾਲਾ, ਨਿਮਰਤਾ ਪੱਖ ਨਿਰਮਲ ਤੇ ਠੰਡਾ ਹੁੰਦਾ ਹੈ।
ਅਤੇ ਸਭ ਦੇ ਪੈਰਾਂ ਥੱਲੇ ਰਹਿਣ ਵਾਲੀ ਧਰਤੀ ਸਾਰੇ ਰਸਾਂ ਪਦਾਰਥਾਂ ਦਾ ਭੰਡਾਰ ਹੈ। ਨਮਨ ਵਸੁੰਧਰਾ ਸਰਬ ਰਸ ਰਾਸ ਹੈ। ਉਰਦ ਤਪੱਸਿਆ ਕੈ ਸ੍ਰੀ ਖੰਡ ਬਾਸ ਬੋਹੇ ਬਨ, ਨਮਨ ਸਮੁੰਦਰ ਹੋਤ ਰਤਨ ਪ੍ਰਗਾਸ ਹੈ। ਚੰਦਨ ਦਾ ਬ੍ਰਿਸ਼ ਟਾਹਣੀਆਂ ਪੱਤਿਆਂ ਦੇ ਭਾਰ ਨਾਲ ਉਲਟਿਆ ਨੀਵਾਂ ਹੈ, ਪੁੱਠਾ ਤਪੱਸਿਆ ਕਰਦਾ ਹੈ। ਤੋ ਜੰਗਲ ਦੇ ਬ੍ਰਿਸ਼ ਬੂਟਿਆਂ ਨੂੰ ਆਪਣੀ ਸੁਗੰਧੀ ਨਾਲ ਸੁਗੰਧੀ ਵਾਲਾ ਕਰਦਾ ਹੈ ਅਤੇ ਸਮੁੰਦਰ ਨੀਵਾਂ ਹੁੰਦਾ ਹੈ ਤੇ ਉਸ ਵਿੱਚ ਰਤਨਾ ਮੋਤੀਆਂ ਦੇ ਪ੍ਰਕਾਸ਼, ਰਤਨ ਪ੍ਰਕਾਸ਼ ਰਤਨਾ ਨਾਲ ਭਰਿਆ ਪਿਆ। ਨਮਨ ਗਮਨ ਪਗ ਪੂਜੀਅਤ ਜਗਤ ਮੈਂ, ਚਾਹੇ ਚਰਨਾ ਮਿਰਤ ਚਰਨ ਰਜ ਤਾਸ ਹੈ। ਤੋ ਸਰੀਰ ਦੇ ਸਾਰੇ ਅੰਗਾਂ ਤੋਂ ਨੀਵੇਂ ਚੱਲਣ ਵਾਲੇ ਚਰਨ ਸਾਰੇ ਸੰਸਾਰ ਵਿੱਚ ਪੂਜੇ ਜਾਂਦੇ ਹਨ। ਤੋ ਸਾਰਾ ਸੰਸਾਰ ਚਰਨਾਂ ਦਾ ਅੰਮ੍ਰਿਤ ਤੇ ਉਸ ਸਰੀਰ ਦੇ ਚਰਨਾਂ ਦੀ ਧੂੜੀ ਲੋਚਦਾ ਹੈ। ਗੁਰੂ ਦੀ ਵੀ ਚਰਨਾ ਅੰਮ੍ਰਿਤ ਹੈ ਤੇ ਚਰਨਾਂ ਦੀ ਧੂੜੀ ਹੈ। ਅੱਜ ਵੀ ਚਰਨ ਧੂੜ ਲੈਂਦੇ ਹਾਂ, ਸੰਗਤ ਦੀ ਸਾਰਿਆਂ ਦੀ ਚਰਨ ਧੂੜ ਲਈਦੀ। ਤੈਸੇ ਹਰ ਭਗਤ ਜਗਤ ਮੈਂ ਨਿਮਰੀ ਭੂਤ, ਕਾਮ ਨ ਹੈ ਕਾਮ ਧਾਮ ਬਿਸਮ ਵਿਸ਼ਵਾਸ ਹੈ। ਇਉਂ ਹੀ ਵਾਹਿਗੁਰੂ ਦੀ ਭਗਤੀ ਕਰਨ ਵਾਲੇ ਭਗਤ ਜਨ ਜਗਤ ਵਿੱਚ ਨਿਮਰਤਾ ਭਾਵ ਵਿੱਚ ਵਰਤਦੇ ਹਨ, ਹਮੇਸ਼ਾ ਵਿਚਰਦੇ ਨਿਮਰਤਾ, ਦੁਨਿਆਵੀ ਵਾਸ਼ਨਾ ਤੋਂ ਨਿਰਲੇਪ ਅਵਸਥਾ ਵਿੱਚ ਲੌਕਿਕ ਪ੍ਰੇਮ ਤੇ ਸ਼ਰਧਾ ਵਿੱਚ ਸਥਿਰ ਰਹਿੰਦੇ ਹਨ। ਸ਼ਬਦ ਸੁਰਤ ਲਿਵ ਲੀਨ ਜਲ ਮੀਨਗਤ, ਸ਼ਬਦ ਸੁਰਤ ਲਿਵ ਲੀਨ ਹੈਗੀ ਕਿਸੇ ਗੁਰਦੁਆਰੇ 'ਚ ਗੱਲ ਹੈ। ਸ਼ਬਦ ਸੁਰਤ ਲਿਵ ਲੀਨ ਜਲ ਮੀਨਗਤ, ਸੁਖ ਮਨ ਸੰਗਮ ਹੋਏ ਉਲਟ ਪਵਨ ਕੈ। ਜਿਵੇਂ ਮੱਛੀ ਉਲਟੇ ਪਾਣੀ ਵਿੱਚ ਚੰਚਲ ਤਿੱਖੀ ਚਾਲ ਨਾਲ ਲੰਘ ਜਾਂਦੀ ਹੈ, ਇਉਂ ਗੁਰਮਤ ਸਹਿਜ ਜੋਗ ਦੀ ਉਲਟ ਪਵਨਾਰੀ ਚੱਪਲ ਜੁਗਤ ਨਾਲ ਸ਼ਬਦ ਸੁਰਤ ਵਿੱਚ ਲਿਵਲੀਨ ਦੀ ਵਾਹਿਗੁਰੂ ਸਿਮਰਨ ਵਿੱਚ ਸੁਰਤੀ ਲਾਉਣ ਕਾਰਨ ਸੁਖਮਨਾ ਮਿਲਾਪ ਅਸਥਾਨ ਤ੍ਰਿਵੇਣੀ ਨੂੰ ਸੁਤੋ ਸਹਿਜ ਹੀ ਲੱਗ ਜਾਈਦਾ ਹੈ। ਤੋ ਬਿਸਮ ਵਿਸ਼ਵਾਸ ਵੇਖੇ ਜਨ ਪੈ ਅਭਿਆਸ ਰਸ, ਪ੍ਰੇਮ ਮਦ ਅਪਿਓ ਪੀਵੇ ਗੋਹਜ ਗਵਨ ਕੈ। ਅਸਰਜ ਪ੍ਰੇਮ ਤੇ ਸ਼ਰਧਾ ਵਿੱਚ ਨਿਰਭਉ ਹੋ ਕੇ ਨਾਮ ਅਭਿਆਸ ਦੇ ਰਸ ਵਿੱਚ ਮਤਿਆਂ ਅਤੇ ਗੋਜ ਅਲੌਕਿਕ ਰੀਤੀ ਨਾਲ ਉੱਥੋਂ ਪੁੱਜ ਕੇ ਪ੍ਰੇਮ ਅੰਮ੍ਰਿਤ ਦੇ ਅੰਮ੍ਰਿਤ ਰਸ ਨੂੰ ਪੀਵੀਦਾ। ਤੋ ਸ਼ਬਦ ਕਹਿ ਅਨਹਦ ਸੁਰਤ ਕਹਿ ਉਨਮਨੀ, ਪ੍ਰੇਮ ਕਹਿ ਨਿਜਰ ਧਾਰ ਸਹਿਜ ਰਵਨ ਹੈ। ਗੁਰੂ ਦੇ ਸ਼ਬਦ ਵਾਹਿਗੁਰੂ ਸਿਮਰਨ ਦੀ ਵਾਹਿਗੁਰੂ 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 ਦੀ ਅਟੁੱਟ ਕਮਾਈ ਕਰਕੇ ਸੁਰਤੀ ਅਨਹਦ ਨਾਦ ਨੂੰ ਸਰਵਣ ਕਰਦੀ ਹੈ ਤੇ ਅਨਹਦ ਨਾਦ ਦੀ ਸਰੋਤ ਕਰਕੇ ਸੁਰਤੀ ਉਨਮਨੀ ਅਵਸਥਾ ਵਿੱਚ ਪ੍ਰਵਿਰਤ ਹੁੰਦੀ ਹੈ। ਫਿਰ ਅਲੌਕਿਕ ਪ੍ਰੇਮ ਦੇ ਕਾਰਨ ਇੱਕ ਰਸ ਹੋ ਰਹੀ ਨਾਮ ਅੰਮ੍ਰਿਤ ਦੀ ਅੰਦਿਓਂ ਅੰਮ੍ਰਿਤ ਧਾਰਾ ਨੂੰ ਸਹਿਜੇ ਹੀ ਰਾਵੀਦਾ। ਦੇਖਿਆ ਤ੍ਰਿਕੁਟੀ ਉਲੰਘ ਸੁਖ ਸਾਗਰ ਸੰਜੋਗ ਭੋਗ, ਦਸਮ ਸਥਲ ਨਿਕੇਵਲ ਪਵਨ ਕੈ। ਤੋ ਤਿੰਨਾਂ ਨਾੜੀਆਂ ਦੇ ਸੰਗਮ ਸਥਾਨ ਤ੍ਰਿਵੇਣੀ ਨੂੰ ਸੁਤੇ ਸਹਿਜ ਹੀ ਉਲੰਘ ਕੇ ਸੁਖ ਸਾਗਰ ਸੰਜੋਗ ਭੋਗ ਆਤਮ ਪਰਮਾਤਮਾ ਦੇ ਮੇਲ ਦਾ ਆਨੰਦ ਭੋਗੀਦਾ। ਦਸਮ ਦੁਆਰ ਇਹਨਾਂ ਸੰਜੋਗਾਂ ਭੋਗਾਂ ਦਾ ਪਰਮ ਸ਼ੁੱਧ ਅਦੁੱਤੀ ਅਸਥਾਨ ਹੈ। ਦਸਮ ਸਥਲ ਨੇ ਕੇਵਲ ਬਹੁਤ ਪਵਿੱਤਰ ਸਥਾਨ ਹੈ ਭਾਈ ਓਏ, ਬਹੁਤ ਪਵਿੱਤਰ ਦਸਮ ਦੁਆਰ ਨੇ ਕੇਵਲ ਪਰਮ ਸ਼ੁੱਧ ਬਹੁਤ ਪਵਿੱਤਰ ਸਥਾਨ ਹੈ। ਨੇ ਕੇਵਲ ਭਵਨ ਸੱਚਖੰਡ ਹੈ। ਬਹੁਤ ਪਵਿੱਤਰ ਸਥਾਨ ਕਿੱਥੇ? ਭਵਨ ਸੱਚਖੰਡ ਹੀ ਆ। जैसे जल जलज और जल दुध, सील मीन चकवी कमल दिन कर प्रत प्रीत है। जिवें कमल फुल दी पानी नाल अते पानी दी दुध नाल, मच्छी दी जल नाल, चकवी दी कोल फुल
ਤੇ ਸੂਰਜ ਲਈ ਪ੍ਰੀਤ ਹੁੰਦੀ। ਤੋ ਦੀਪਕ ਪਤੰਗ ਅਲ ਕਮਲ ਚਕੋਰ ਸੱਸ ਦ੍ਰਿਗ ਨਾਦ ਬਾਦ ਕਨ ਚਾਤਰਕ ਸੁਚੀਤ ਹੈ। ਤੋ ਪਤੰਗਾ ਦੀਵੇ ਦੀ ਜਗਦੀ ਲਾਟ ਲਈ, ਭੌਰਾ ਕੌਲ ਫੁੱਲ ਦੀ ਸੁਗੰਧੀ ਲਈ, ਚਕੋਰ ਚੰਦਰਮਾ ਦੇ ਦਰਸ਼ਨਾਂ ਲਈ, ਹਿਰਨ ਕੰਡੇ ਹਿੜੇ ਦੀ ਖਿੱਚ ਲਈ, ਧੁਨੀ ਲਈ, ਅਤੇ ਅਜਿਹਾ ਪਪੀਹਾ ਬੱਦਲ ਦੇ ਬਰਸਣ ਵਾਲੀ ਸਵਾਤੀ ਬੂੰਦ ਲਈ ਸਾਵਧਾਨ ਹੁੰਦਾ। ਨਾਰ ਉਹ ਪਤਾਰ ਸੁੱਤ ਮਾਤ ਜਲ ਤ੍ਰਿਖਾਵੰਤ, ਖੁਦਿਆਰਥੀ ਭੋਜਨ ਦਰਿਦਰ ਧਨ ਮੀਤ ਹੈ। ਪਤਨੀ ਲਈ ਪਤੀ, ਪੁੱਤਰ ਲਈ ਮਾਤਾ, ਪਿਆਸੇ ਲਈ ਪਾਣੀ, ਭੁੱਖੇ ਲਈ ਭੋਜਨ, ਕੰਗਾਲ ਲਈ ਧਨ ਮਿੱਤਰ ਹੁੰਦਾ। ਮਾਇਆ ਮੋਹ ਦਰੋਹ ਦੁਖਦਾਈ, ਨਾ ਸਹਾਈ ਹੋਤ, ਗੁਰ ਸਿੱਖ ਸੰਧ ਮਿਲੇ ਤ੍ਰੇ ਗੁਣ ਅਤੀਤ ਹੈ। ਪਰ ਇਹ ਸਭ ਪ੍ਰੀਤੀਆਂ ਤ੍ਰੈ ਗੁਣੀ ਹਨ। ਤ੍ਰੈ ਗੁਣੀ ਮਾਇਆ ਦਾ ਮੋਹ ਨਿਰਾ ਛਲ ਫਰੇਬ ਹੈ, ਦੁਖਦਾਈ ਹੈ। ਅੰਤ ਸਮੇਂ ਇਹਨਾਂ ਪ੍ਰੀਤਾਂ ਵਿੱਚੋਂ ਕੋਈ ਵੀ ਸਹਾਈ ਨਹੀਂ ਹੁੰਦੀ, ਸਾਰੀਆਂ ਨਰਕਾਂ ਵਿੱਚ ਜਾਂਦੀਆਂ। ਗੁਰੂ ਅਤੇ ਸਿੱਖ ਦੇ ਮਿਲਾਪ ਹੋਣ ਦੀ ਪ੍ਰੀਤੀ ਤ੍ਰੈ ਗੁਣੀ ਮਾਇਆ ਤੋਂ ਨਿਰਲੇਪ ਹੈ, ਜੋ ਅੰਤ ਸਮੇਂ ਸਾਥ ਨਿਭਣ ਲਈ ਸੁਖਦਾਈ ਹੈ। ਸੱਚਖੰਡ ਲੈ ਜਾਂਦੀ, ਸੱਚਖੰਡ ਲੈ ਜਾਂਦੀ ਪ੍ਰੀਤੀ, ਗੁਰੂ ਨਾਲ ਪ੍ਰੀਤੀ। ਚਰਨ ਕਮਲ ਮਕਰੰਦ ਰਸ ਲੁਭਤ ਹੋਏ, ਅੰਗ ਅੰਗ ਬਿਸਮ ਸਰਬੰਗ ਮੈਂ ਸਮਾਨੇ। ਸਤਿਗੁਰੂ ਦੇ ਪ੍ਰੀਤਵਾਨ ਗੁਰਸਿੱਖ, ਸਤਿਗੁਰੂ ਦੇ ਚਰਨ ਕਮਲ ਦੀ ਸੁਗੰਧਤਾ ਧੂੜੀ ਗੁਰ ਦੀਖਿਆ ਤੋਂ ਪ੍ਰਾਪਤ ਹੋਏ ਨਾਮ ਸਿਮਰਨ ਅਤੇ ਅੰਮ੍ਰਿਤ ਰਸ ਵਿੱਚ ਖੀਵੇ ਹੋਏ ਸਰੀਰ ਦੇ ਹਰੇਕ ਅੰਗ ਕਰਕੇ ਵਿਸਮਾਲ ਰੂਪ ਗੁਰ ਪਰਮੇਸ਼ਰ ਸਰਬੰਗ ਵਿੱਚ ਸਮਾਏ ਰਹਿੰਦੇ, ਸਮਾਨੇ। ਦ੍ਰਿਸ਼ਟ ਦਰਸ ਲਿਵ ਦੀਪਕ ਪਤੰਗ ਸੰਗ, ਸ਼ਬਦ ਸੁਰਤ ਮਿਰਗ ਨਾਦ ਹੋਏ ਹਿਰਾਨੇ। ਜਿਵੇਂ ਪਤੰਗੇ ਦੀ ਲਿਵ ਦੀਵੇ ਦੀ ਲਾਟ ਨਾਲ ਲੱਗੀ ਹੁੰਦੀ ਹੈ, ਤਿਵੇਂ ਗੁਰਸਿੱਖ ਦ੍ਰਿਸ਼ਟੀ ਦੀ ਲਿਵ ਸਤਿਗੁਰੂ ਦੇ ਦਰਸ਼ਨਾਂ ਵਿੱਚ ਜੁੜੀ ਹੁੰਦੀ ਹੈ। ਜਿਵੇਂ ਘੰਡੇ ਹੇੜੇ ਦੀ ਧੁਨੀ ਦੀ ਸਰੋਤ ਵਿੱਚ ਹਿਰਨ ਖਿੱਚਿਆ ਜਾਂਦਾ, ਖੋਇਆ ਹੋਇਆ, ਤਾਂ ਸਰੀਰ ਦੀ ਸੁੱਧ ਬੁੱਧ ਨਹੀਂ ਰਹਿੰਦੀ, ਤਿਵੇਂ ਗੁਰਸਿੱਖ ਸ਼ਬਦ ਸੁਰਤ ਨਾਮ ਸਿਮਰਨ ਦੀ ਅਨਹਦ ਧੁਨੀ ਵਿੱਚ ਮਸਤ ਹੁੰਦੇ ਹਨ। ਮਸਤ ਕਾਮ ਨਹਿ ਕਾਮ, ਕ੍ਰੋਧਾ ਕ੍ਰੋਧ, ਨਿਰਲੋਭ ਲੋਭ, ਮੋਹ ਨਿਰਮੋਹ, ਅਹਮੇਵ ਹੂੰ ਲਜਾਨੇ। ਨਾਮ ਅਭਿਆਸੀ ਗੁਰਸਿੱਖ ਜਨਾਂ ਦਾ ਨਿਵਾਸ ਸਥਾਨ ਦਸਮ ਦੁਆਰ ਵਿਸਮਾਦ ਤੋਂ ਵਿਸਮਾਦ ਹੈ। ਸੋ ਗੁਰਮੁਖ ਜਨ ਕਾਮ ਵੱਲੋਂ ਕਾਮ ਦੇ ਪ੍ਰਭਾਵ ਤੋਂ ਰਹਿਤ, ਕ੍ਰੋਧ ਵੱਲੋਂ ਕ੍ਰੋਧ ਰਹਿਤ, ਲੋਭ ਵੱਲੋਂ ਲੋਭ ਰਹਿਤ, ਮੋਹ ਵੱਲੋਂ ਮੋਹ ਰਹਿਤ ਅਤੇ ਹੰਕਾਰ ਵੱਲੋਂ ਲੱਜਾਵਾਨ ਹੁੰਦੇ ਹਨ। ਭਾਵ ਹੰਕਾਰ ਤੋਂ ਬਹੁਤ ਮਾੜਾ ਜਾਣਦੇ ਹਨ। ਤੋ ਬਿਸਮੇ ਬਿਸਮ ਅਸਚਰਜੇ ਅਸਚਰਜਮੈ ਅਦਭੁਤ ਪਰਮ ਅਦਭੁਤ ਅਸਥਾਨੀ। ਤੋ ਨਾਮ ਅਭਿਆਸੀ ਗੁਰਮੁਖ ਜਨਾਂ ਦਾ ਨਿਵਾਸ ਸਥਾਨ ਦਸਮ ਦੁਆਰ ਵਿਸਮਾਦ ਤੋਂ ਵਿਸਮਾਦ, ਅਸਚਰਜ ਤੋਂ ਅਸਚਰਜ ਰੂਪ ਵਾਲਾ ਤੇ ਅਦਭੁਤ ਤੋਂ ਪਰਮ ਅਦਭੁਤ ਹੈਰਾਨ ਕਰਨ ਵਾਲਾ ਸਥਾਨ ਸੱਚਖੰਡ ਹੈ। ਦਸਮ ਦੁਆਰ सचखंड। दर्शन जोत को उदूत सुख सागर में, कोट को पुस्तक छब तिल को प्रकाश है। सुख सागर स्वरूप, सुखा का सागर मेरा गुरु नानक सुख सागर है। गुरु नानक सुख सागर है। सुख सागर सतगुरु नानक दे दर्शन दी ज्योति का प्रकाश सुखा का महान भंडार है। दर्शन ज्योति दे तिल मात्र प्रकाश तो दुनिया दियां करोड़ां वडियाइयां ते सुपना दा चानन होया। देखिया गुरु नानक, किंचित कृपा कोटक कमला कलपत्र, मधुर बचन मद कोटक विलास है। सतगुरु की रता जिन्नी कृपा हो जाए ना, रता जिन्नी मेहर ना, सभी इच्छा पूरियां हो जांदियां। ते सतगुरु दे अमृत भिन्ने मिठे बचनां विच दुनिया दे करोड़ां अमृतां दे आनंद भोग भरपूर हैं। किंचित
कृपा कमला कलपत्र मदर बचन मद कोटक विलास। बड़ा एक वधिया गल्लां। कलपत्र वृक्ष है, मुरादां पूरियां करन वाला। सो मद मुस्कान बान खान है, कुटान सस शोभा कोट लोट पोट कुमदनी तास है। सतगुरु जी दी गुरु नानक दी धीरे धीरे मुस्कुरान दी जो बान है, वो मानो करोड़ा चंद्रमा दी शोभा खान है, तो उस तो करोड़ा कुमदनिया दी शोभा वारने बलहारे जा रही है। तो मन मद कर मकरंद रस लुभत होए, सहज समाध लेव विषम विश्वास है। तो सतगुरु दे चरण कमलों की सुगंधी धूड़ी गुरउपदेश गुरबाणी का उपदेश द्वारा प्राप्त हुए नाम सिमरन वाहिगुरु सिमरन अमृत रस विच मस्त हो के प्रीतिवान गुरसिख दा मन भौरा सहज समाधि विच अचरज शरधा भावनी नाल लिवलाई रखता है। चरण सरन राज्य मजन मलीन मन दर्पण गत दुर्मत निश्चल है। चरण सरन राज्य राज्य होंदी चरण धूड़ी, मजन होंदा है इशनान। सतगुरु गुरु नानक जी चरण स्वरण लैन, मैं अगे चरण स्वरण तुहानूं दस दिता, सारे याद रखो। अमृत छक के असूलों नाल जुड़ जाना चरण स्वरण, अमृत छक के असूलों नाल जुड़ जाना चरण स्वरण। सतगुरु नानक दी चरण स्वरण लैन ਅਤੇ सतगुरु दे चरणों की धूड़ी विच इशनान करन, भाव नाम सिमरन नाल विकारां नाल मैला होया मन शीशे वांग निर्मल हो जाता है। वो स्वच्छ ते निर्मल मन विच सतगुरु की सिੱਖਿਆ देखिया स्थिर हुंदी है। पित्तर विच ही अमृत ठहरता ना, चंगे भांडे विच ही अमृत ठहरता, गंदे भांडे विच अमृत नहीं ठहरता, गुरमत नहीं ठहरती माड़े भांडे च। ज्ञान गुर अंजन कै चपल खंजन दृग, अकुल निरंजन ध्यान जल थल है। मन बुद्धि दे प्रभाव हेठ अमूले वांग नेत्र विच गुरु ज्ञान गुरु उपदेश नाम सिमरन दा सुरमा पान नाल जो वाहिगुरु जात कुल तो रहत है, माया दी कालख तो परे अते जलां थलां विच वस रहा है, उस विच सुरती दा ध्यान जुड़ जाता। बहुत औखा है। भजन पै परम अर गंजन कर्म काल पांच प्रपंच बल बंच निर्दल है। प्रभु दा ऐसा अलौकिक ध्यान कई तरह दे व्याप रहे भरमा ते डर तोड़न वाला है। पाप पुण्य दे कर्मां नूं काल रूप जाल जो जन्म मरण के गेड़ विच पाउण वाले हैं नाश करने वाला है, अते पंजे परपंची काम क्रोध आदि वैरियां दा वल छल चकना चूर करने वाला है। सिमरन बहुत उच्चा। सिमरन नाल तुहाडे सारे डर भरम वहम विकार निकल जाते। तो सेवा करंजन सर्वात्म निरंजन पे माया में उदास कलमल निर्मल है। तो गुरमुख जन सर्ब जियां अंदर निरंजन वाहिगुरु की जोत दे दर्शन करते हैं। मनुख मात्र की सेवा करके निरंजन वाहिगुरु का रूप हो जाते हैं, ते मोह माया तो उपराम रह के कली काल दे विकारां तो बच के निर्मल हो जाते हैं। चंद्रमा अछत रब सा न सकत ग्रथ, दृष्ट अगोचर होए सूरज ग्रहण है। चंद दे हुंदियां भाव इक्को रास विच होण नाल सूरज नूं राहु ना दा ग्रह नहीं ग्रस सकदा, पर चंद दी दृष्टि तो जदों सूरज ओले हो जाता है तां सूरज ग्रहण हुंदा है।
ਭਾਵ ਰਾਹੂ ਸੂਰਜ ਨੂੰ ਦਬਾ ਲੈਂਦਾ ਹੈ ਤੇ ਇੱਥੇ ਸੀਤਲ ਸੁਭਾਅ ਵਾਲਾ ਚੰਦ ਨੇਕ ਪੁਰਸ਼ ਦਾ ਪ੍ਰਤੀਕ ਹੈ, ਜਿਸ ਦੇ ਸੰਗ ਰਹਿਣ ਨਾਲ ਤਪਸ਼ ਸੁਭਾਅ ਵਾਲੇ ਸੂਰਜ ਨੂੰ ਮਾਇਆ ਰੂਪੀ ਰਾਹੂ ਨਹੀਂ ਗ੍ਰਸਦਾ। ਪਛਮੋ ਅਦੋਤ ਚੋ ਹੋਤ ਚੰਦਰਮੈ ਨਮਸਕਾਰ, ਪੂਰਬ ਸੰਜੋਗ ਸਚ ਕੇਤ ਹੇਤ ਹਨ ਹੈ। ਤੋ ਪੂਰਬ ਦਿਸ਼ਾ ਸੂਰਜ ਦੀ ਅਤੇ ਪੱਛਮ ਦਿਸ਼ਾ ਚੰਦ ਦੀ ਮੰਨੀ ਜਾਂਦੀ, ਪਰ ਚੰਦ ਪੱਛਮ ਵੱਲੋਂ ਮਸਿਆ ਪਿੱਛੋਂ ਦੂਜ ਦਿਵ ਨੂੰ ਪ੍ਰਗਟ ਹੁੰਦਾ। ਭਾਰਤੀ ਮਰਿਆਦਾ ਅਨੁਸਾਰ ਸਾਰੇ ਲੋਕ ਚੰਦ ਨੂੰ ਨਮਸਕਾਰ ਕਰਦੇ ਹਨ, ਪਰ ਪੂਰਨਮਾਸ਼ੀ ਦੀ ਰਾਤ ਨੂੰ ਪੂਰਬ ਦਿਸ਼ਾ ਦੇ ਸੰਜੋਗ ਹੋਣ ਨਾਲ ਭਾਵ ਪੂਰਬ ਦਿਸ਼ਾ ਵੱਲੋਂ ਚੰਦ ਦੇ ਚੜ੍ਹਨ ਕਰਕੇ ਕੇਤੂ ਗ੍ਰਹਿ ਚੰਦ ਨੂੰ ਆਕਾਸ਼ ਦੇ ਖੇਤਰ ਵਿੱਚ ਮਾਰ ਲੈਂਦਾ ਹੈ, ਭਾਵ ਚੰਦ ਗ੍ਰਹਿਣ ਹੁੰਦਾ ਹੈ। ਤੋ ਅਰਥਾਤ ਸੀਤਲ ਸੁਭਾਅ ਉੱਤਮ ਪੁਰਸ਼ ਦੀ ਸੰਗਤ ਸੀਤਲ ਚੰਦਰਮੇ ਸਮਾਨ ਹੈ, ਜੋ ਸੂਰਜ ਵਾਂਗ ਤਪਦੇ ਮਨੁੱਖ ਦੀ ਰੱਖਿਆ ਦਾ ਸਾਧਨ ਹੁੰਦੀ ਹੈ, ਜਦ ਕਿ ਸੂਰਜ ਵਤ ਤਾਮਸੀ ਨੀਚ ਮਨੁੱਖ ਦੀ ਸੰਗਤ ਸੀਤਲ ਚੰਦਰਮੇ ਸਮਾਨ ਪੁਰਸ਼ ਲਈ ਦੁੱਖ ਦਾ ਕਾਰਨ ਬਣਦੀ। ਕਾਸ਼ਟਮੈ ਅਗਨ ਮਗਨ ਚਿਰੰਕਾਲ ਰਹੇ, ਅਗਨਮੈ ਕਾਸ਼ਟ ਪਰਤ ਹੀ ਦਹਨ ਹੈ। ਲੱਕੜੀ ਵਿੱਚ ਅਗਨੀ ਚਿਰਕਾਲ ਤੱਕ ਲੁਕੀ ਰਹਿੰਦੀ ਹੈ, ਪਰ ਅੱਗ ਵਿੱਚ ਲੱਕੜੀ ਪੈਂਦਿਆਂ ਹੀ ਸੜ ਜਾਂਦੀ ਹੈ। ਤੋ ਤਾਮਸੀ ਸੁਭਾਅ ਵਾਲੀ ਅੱਗ ਨੀਚ ਪੁਰਖ ਦਾ ਪ੍ਰਤੀਕ ਹੈ, ਜਦ ਕਿ ਸ਼ਾਂਤ ਚਿੱਤ ਲੱਕੜ ਉੱਤਮ ਪੁਰਸ਼ ਕਰਕੇ ਦੱਸੀ ਜਾਂਦੀ ਹੈ। ਤੋ ਤੈਸੇ ਸਿਵ ਸਖਤ ਸਾਧ ਸਾਧ ਸੰਗਮ ਕਹਿ, ਦੁਰਮਤ ਗੁਰਮਤ ਦੂਥੇ ਸਹਿਨ ਹੈ। ਤੋ ਇਸੇ ਤਰ੍ਹਾਂ ਹੀ ਖੋਟੀ ਮਤ ਦੇ ਗ੍ਰਸੇ ਮਨਮੁਖਾਂ ਦੀ ਸੰਗਤ ਕਰਕੇ ਮੋਹ ਮਾਇਆ ਦਾ ਦੁੱਖ ਸਹਾਰਨਾ ਪੈਂਦਾ ਹੈ, ਜਦ ਕਿ ਗੁਰੂ ਦੀ ਮਤ ਧਾਰਨ ਕਰਨ ਵਾਲੇ ਗੁਰਸਿੱਖਾਂ ਦੀ ਸੰਗਤ ਵਿੱਚ ਮੋਖ ਪਦ ਮੁਕਤੀ ਨੂੰ ਪਾ ਲੈਂਦਾ ਹੈ। ਹੁਣ ਦੱਸੋ ਮੁਕਤੀ ਲੈਣੀ ਆ ਕਿ ਕਿੱਥੇ ਜਾਣਾ? ਸਾਧ ਕੀ ਸੱਜਣਤਾਈ ਪਾਹਨ ਕੀ ਰੇਖ ਪ੍ਰੀਤ, ਬੈਰ ਜਲ ਰੇਖ ਹੋਏ ਬਸੇਕ ਸਾਧ ਸੰਗ ਮੇ। ਗੁਰਮੁਖਾਂ ਦੀ ਪ੍ਰੀਤੀ ਮਿੱਤਰਤਾ ਵਾਲੀ ਪੱਥਰ ਤੇ ਲੀਕ ਵਾਂਗ ਮਿੱਠ ਹੁੰਦੀ ਹੈ। ਪੱਥਰ ਤੇ ਲੀਕ ਪਾਹਨ ਕੀ ਰੇਖ ਪ੍ਰੀਤ। ਗੁਰਮੁਖਾਂ ਦੀ ਸੰਗਤ ਵਿੱਚ ਇਹੋ ਵਿਸ਼ੇਸ਼ਤਾ ਹੈ ਕਿ ਉੱਥੇ ਵੈਰ ਭਾਵਨਾ ਪਾਣੀ ਦੀ ਲੀਕ ਵਾਂਗ ਨਹੀਂ ਹੁੰਦੀ। ਵੈਰ ਭਾਵਨਾ ਉੱਥੇ ਵੈਰ ਭਾਵਨਾ ਨਹੀਂ ਹੁੰਦੀ ਭਾਈ। ਤੇ ਦੁਰਜਤਾ ਸਾਧ ਪ੍ਰੀਤ ਜਲ ਰੇਖ ਅਰ, ਬੈਰ ਤੋਂ ਪਖਾਨ ਰੇਖ ਸੇਖ ਅੰਗ ਅੰਗ ਮੇ। ਮਨਮੁਖਾਂ ਦੀ ਪ੍ਰੀਤੀ ਖੁਟਿਆਈ ਵਾਲੀ ਪਾਣੀ ਦੀ ਲੀਕ ਵਾਂਗੂ ਛਿਨ ਭੰਗਰ ਹੁੰਦੀ ਹੈ, ਅਤੇ ਵੈਰ ਦਾ ਪੱਥਰ ਦੀ ਲੀਕ ਵਾਂਗ ਅਮਿਟ ਹੈ। ਵੈਰ ਤੇ ਉਹਨਾਂ ਦੇ ਅੰਗ ਅੰਗ ਵਿੱਚ ਵਸਿਆ ਹੁੰਦਾ, ਵਧਿਆ ਵੀ ਹੁੰਦਾ। ਤੋ ਕਾਸ਼ਟ ਅਗਨ ਗਤ ਪ੍ਰੀਤ ਵਿਪਰੀਤ ਸੁਰਸਤੀ ਜਲ ਬਾਰੂਨੀ ਸਰੂਪ ਜਲ ਗੰਗ ਹੈ। ਤੋ ਗੁਰਮੁਖਾਂ ਦੀ ਪ੍ਰੀਤੀ ਲੱਕੜੀ ਵਾਂਗ ਅੱਗ ਨੂੰ ਆਪਣੇ ਅੰਦਰ ਸੰਭਾਲ ਰੱਖਣ ਦੀ ਹੈ, ਜਦ ਕਿ ਮਨਮੁਖਾਂ ਦੀ ਉਲਟੀ ਪ੍ਰੀਤ ਅੱਗ ਵਾਂਗ ਲੱਕੜ ਨੂੰ ਸਾੜਨ ਦੀ ਹੈ। ਜਿਵੇਂ ਗੰਗਾ ਜਲ ਸ਼ਰਾਬ ਵਿੱਚ ਮਿਲਣ ਨਾਲ ਸ਼ਰਾਬ ਰੂਪ ਹੋ ਜਾਂਦੇ, ਜਿਵੇਂ ਗੰਗਾ ਜਲ ਸ਼ਰਾਬ ਵਿੱਚ ਮਿਲਣ ਨਾਲ ਸ਼ਰਾਬ ਰੂਪ ਹੋ ਜਾਂਦਾ ਹੈ, ਜਦੋਂ ਕਿ ਸ਼ਰਾਬ ਗੰਗਾ ਜਲ ਵਿੱਚ ਪੈ ਕੇ ਗੰਗਾ ਜਲ ਹੋ ਜਾਂਦੀ। ਇਸੇ ਤਰ੍ਹਾਂ ਖੋਟੇ ਪੁਰਸ਼ ਦੀ ਸੰਗਤ ਖੋਟੇ ਪੁਰਸ਼ਾਂ ਨੂੰ ਭੈੜਾ ਪ੍ਰਭਾਵ ਪਾਉਂਦੀ, ਜਦੋਂ ਕਿ ਗੁਰਮੁਖਾਂ ਦੀ ਸੰਗਤ ਮਨਮੁਖਾਂ ਨੂੰ ਵੀ ਪਵਿੱਤਰ ਜੀਵਨ ਵਾਲਾ ਬਣਾ ਦਿੰਦੀ ਹੈ। ਦੁਰਮਤ ਗੁਰਮਤ ਅਜੇ ਅਕਸਰਪਤ ਗਤ, ਉਪਕਾਰੀ ਔਰ ਬਿਕਾਰੀ ਢੰਗ ਹੀ ਕੁਟੰਗ ਹੈ। ਕੁਟੰਗ ਮੈਂ ਖੋਟੀ ਮਤ ਕਾਰਨ ਖੋਟੇ ਪੁਰਸ਼ ਸੱਪ ਵਾਂਗ ਭੈੜਾ ਗੁਣ ਹੋਣ ਕਰਕੇ ਬੁਰਾਈ ਕਰਦਾ ਹੈ, ਜਦ ਕਿ ਗੁਰੂ ਦੀ ਮਤ ਦਾ ਧਾਰਨੀ ਬੱਕਰੀ ਵਾਂਗ ਚੰਗਾ ਗੁਣ ਹੋਣ ਕਰਕੇ ਉਪਕਾਰ ਹੀ ਕਮਾਉਂਦਾ। ਤੁਕਾਰੀ ਔਰ ਬਿਕਾਰੀ ਢੰਗ ਹੀ ਕੁਟੰਗ ਹੈ। ਦੁਰਮਤ ਗੁਰਮਤ ਸੰਗਤ ਅਸਾਧ ਸਾਧ ਕਾਸ਼ਟ ਅਗਨ ਗਤ ਟੇਵਨ ਤਰਤ ਹੈ। ਅਗਨੀ
ਤੇ ਲੱਕੜੀ ਵਾਂਗ ਮਨਮੁਖਾਂ ਦੀ ਸੰਗਤ ਵਿੱਚੋਂ ਖੋਟੀ ਮੱਤ ਮਿਲਦੀ ਹੈ, ਜਦ ਕਿ ਗੁਰਮੁਖਾਂ ਦੀ ਸੰਗਤ ਵਿੱਚੋਂ ਗੁਰੂ ਦੀ ਮੱਤ ਪ੍ਰਾਪਤ ਹੁੰਦੀ ਹੈ। ਲੱਕੜੀ ਤਾਂ ਅੱਗ ਨੂੰ ਆਪਣੇ ਅੰਦਰ ਲੁਕਾਉਂਦੀ ਰੱਖਦੀ ਹੈ, ਪਰ ਅਗਨੀ ਲੱਕੜੀ ਨੂੰ ਸਾੜਦੀ ਹੈ। ਸੋ ਚੰਗੇ ਮੰਦੇ ਦੋਵਾਂ ਦੇ ਆਪੋ ਆਪਣੇ ਸੁਭਾਅ ਤੋਂ ਟਲਦੇ ਨਹੀਂ ਪਾਏ। ਅਜੈ ਸਰਪ ਜਲ ਗੰਗ ਭਰੂਨੀ ਬਿਨਾ सन और मजीठ खल पंडित लरत है। तो बकरी परोपकारी ते सप डंगण वाला दुखदाई। सो गंगा जल शराब नूं अपने विच मिला के पवित्र करन वाली, ते शराब गंगा जल विच पै के उस नूं कलंकित करन वाली, रीति वाली। तो सन दी रस्सी बंधन पाउण वाली, ते मजीठ अग दे उबाले सह के भी पक्का रंग चढ़ाउण वाली हुंदी है। इस तरह मूर्ख ते विद्वान विरोधी सुभाव वाले ही हुंदे हैं, विरोधी सुभाव वाले ही हुंदे हैं। वो कंटक भोग सैल घटका सना शस्त्र हंस कांग बग ब्याद मिर्ग हुए निबद्ध है। तो भाई इसी तरह ही कंडा दुखदाई है ते फुल सुगंधी देने वाला है। सो पत्थर घड़े दा वैरी है ते घड़ा शीतल जल देने वाला है। संजो मौत नूं बचाउण वाली है, शस्त्र मारन वाला है, प्राण घात वाला है। तो हंस निर्मल विवेक बुद्धि वाला है। तो दुर्मत गुरमत संगत असाध साध कासट अगन गत टेव न टरत है। तो अग्नि ते लकड़ी वांग मनमुख की संगत विच खोटी मत होंदी है, जद कि गुरमुखां की संगत विच गुरु की मत प्राप्त होंदी है। लकड़ी तां अग नूं अपने अंदर लुकोई रखदी है, पर अग्नि लकड़ी नूं साड़दी है। तो चंगे ते मंदे दोवां दी आपो अपने सुभाअ तो टलदे नहीं। अजे सर्प जल गंग गंग बुरनी विधान सन स्यों मजीठ खल पंडित लरत है। बकरी उपकारी ते सप डंग मारन वाला दुखदाई है। गंगा जल शराब नूं अपने विच मिला के पवित्र करन वाला ते शराब गंगा जल